Hi, this is Ishan Agarwal. I welcome you all to the ਮਿਹਨਤੀ ਬੱਚੇ ਚੈਨਲ। ਸੋ ਅੱਜ ਦਾ ਲੈਕਚਰ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਕਿ ਪੰਜਾਬ ਮਾਰਕਫੈਡ ਐਗਜ਼ਾਮ ਲਈ ਟੈਸਟ ਸੀਰੀਜ਼ ਹੁਣ ਸਾਡੇ ਕੋਲ ਅਵੇਲੇਬਲ ਹੈ ਜੋ ਕਿ ਇਸ ਪੋਸਟ ਦੇ ਰਿਲੇਟਡ ਹੈ ਸੇਲਸਮੈਨ, ਅਸਿਸਟੈਂਟ ਸੇਲਸ ਆਫਿਸਰ, ਅਸਿਸਟੈਂਟ ਅਕਾਊਂਟ ਆਫਿਸਰ, ਸੀਨੀਅਰ ਅਕਾਊਂਟਸ ਆਫਿਸਰ ਐਂਡ ਡਿਪਟੀ ਚੀਫ ਅਕਾਊਂਟ ਆਫਿਸਰ। ਸੋ ਇਹ ਜਿੰਨੀਆਂ ਵੀ ਟੈਸਟ ਸੀਰੀਜ਼ ਹੈ ਐਗਜ਼ਾਮ ਪੈਟਰਨ ਦੇ ਰਿਲੇਟਡ ਹੈ। ਸਪੋਜ਼ ਕਰੋ ਜਿਹੜੀ ਸੇਲਸ ਆਫਿਸਰ ਦੀ ਟੈਸਟ ਸੀਰੀਜ਼ ਹੈ ਇਸ ਦੇ ਵਿੱਚ ਤੁਹਾਨੂੰ ਮਾਰਕੀਟਿੰਗ ਵੀ ਬਿਲਕੁਲ ਕਵਰ ਮਿਲੂਗੀ। ਓਵਰਆਲ ਟੈਸਟ ਸੀਰੀਜ਼ ਦੇ ਵਿੱਚ ਤੁਹਾਨੂੰ ਮਾਰਕੀਟਿੰਗ ਦੇ 200 ਕੁਐਸਚਨਸ ਦੇਖਣ ਨੂੰ ਮਿਲਣਗੇ ਐਂਡ ਅਕਾਊਂਟ ਦੀ ਜਿਹੜੀ ਟੈਸਟ ਸੀਰੀਜ਼ ਹੈ ਉਸ ਵਿੱਚ ਤੁਹਾਨੂੰ ਅਕਾਊਂਟਸ ਦੇ 200 ਕੁਐਸਚਨ ਦੇਖਣ ਨੂੰ ਮਿਲਣਗੇ ਐਂਡ ਰੈਸਟ ਜਿਹੜੇ 300 ਕੁਐਸਚਨਸ ਹੈ ਉਹ ਜਿਹੜੇ ਬਾਕੀ ਸਬਜੈਕਟ ਆਪਣੇ ਬਚ ਗਏ ਉਸ ਦੇ ਰਿਲੇਟਡ ਹੋਣਗੇ। ਸੋ ਜੋ ਤੁਸੀਂ ਕੁਐਸਚਨ ਦੇਖ ਰਹੇ ਹੋ ਇਹ ਪ੍ਰੀਵੀਅਸ ਜਿਹੜਾ ਆਪਾਂ ਨੇ ਲੈਕਚਰ ਕੀਤਾ ਸੀਗਾ ਉਸ ਦੇ ਰਿਲੇਟਡ ਹੈ। Which concept believes in customer is king? That means company has to provide product according to customer need. So ਇਸ ਦਾ ਆਨਸਰ ਕੀ ਹੋਣਾ ਚਾਹੀਦਾ ਹੈ ਤੁਸੀਂ ਮੈਨੂੰ ਕਮੈਂਟ ਬਾਕਸ ਦੱਸਣਾ ਹੈ ਕਿ ਕਸਟਮਰ ਇਜ਼ ਕਿੰਗ ਹੈ ਕਿ ਜਿਹੜੀ ਕੰਪਨੀ ਹੈ ਉਹਨੂੰ ਜਿਹੜਾ ਪ੍ਰੋਡਕਟ ਹੈ ਕਸਟਮਰ ਦੀ ਨੀਡ ਦੇ ਹਿਸਾਬ ਨਾਲ ਹੀ ਦੇਣਾ ਪਊਗਾ। ਹੁਣ ਅੱਜ ਦਾ ਟੌਪਿਕ ਕੀ ਹੈ ਮਾਰਕੀਟਿੰਗ ਇਨਵਾਇਰਨਮੈਂਟ। ਹੁਣ ਦੇਖੋ ਮਾਰਕੀਟਿੰਗ ਇਨਵਾਇਰਨਮੈਂਟ ਦਾ ਮਤਲਬ ਕੀ ਹੈ। ਦ ਮਾਰਕੀਟਿੰਗ ਇਨਵਾਇਰਨਮੈਂਟ ਰੈਫਰਸ ਟੂ all internal and external factors which directly or indirectly influence the organization's decisions related to marketing। ਕਹਿੰਦੇ ਮਾਰਕੀਟਿੰਗ ਇਨਵਾਇਰਨਮੈਂਟ ਦਾ ਮਤਲਬ ਹੈ ਕਿ ਉਹ ਸਾਰੇ ਇੰਟਰਨਲ ਐਂਡ ਐਕਸਟਰਨਲ ਫੈਕਟਰਸ ਜੋ ਕਿ ਡਾਇਰੈਕਟਲੀ ਜਾਂ ਫਿਰ ਇਨਡਾਇਰੈਕਟਲੀ ਮਾਰਕੀਟਿੰਗ ਦੀ ਐਕਟੀਵਿਟੀਜ਼ ਨੂੰ ਇੱਕ ਆਰਗੇਨਾਈਜੇਸ਼ਨ ਦੇ ਅੰਦਰ ਇਨਫਲੂਐਂਸ ਕਰਦੇ। ਸੋ ਇਹ ਦੋ ਤਰ੍ਹਾਂ ਦੇ ਫੈਕਟਰਸ ਹੁੰਦੇ ਆ, ਇੰਟਰਨਲ ਫੈਕਟਰਸ ਜੋ ਕਿ ਵਿਦ ਇਨ ਦਾ ਕੰਟਰੋਲ ਆਫ ਦਾ ਆਰਗੇਨਾਈਜੇਸ਼ਨ ਹੁੰਦੇ ਆ ਐਂਡ ਐਕਸਟਰਨਲ ਫੈਕਟਰਸ ਜੋ ਕਿ ਬਿਜ਼ਨਸ ਦੇ ਕੰਟਰੋਲ ਦੇ ਵਿੱਚ ਨਹੀਂ ਹੁੰਦੇ। ਇੰਟਰਨਲ ਦੇ ਵਿੱਚ ਕੀ ਆ ਗਏ ਓਨਰ, ਵਰਕਰ, ਮਸ਼ੀਨ ਐਂਡ ਮਟੀਰੀਅਲ ਬਿਕੋਜ਼ ਇਹ ਸਾਰੇ ਇੱਕ ਆਪਣੇ ਆਰਗੇਨਾਈਜੇਸ਼ਨ ਦੇ ਅੰਦਰ ਹੁੰਦੇ ਆ। ਐਕਸਟਰਨਲ ਚ ਕੀ ਆ ਗਏ ਮਾਈਕਰੋ ਐਂਡ ਮੈਕਰੋ। ਹੁਣ ਦੇਖੋ ਤੁਹਾਨੂੰ ਮੈਂ ਸਮਝਾਉਣਾ ਜਿਵੇਂ ਇਹ ਆਪਣਾ ਕੀ ਹੈ ਬਿਜ਼ਨਸ ਹੈ, ਠੀਕ ਹੈ। ਹੁਣ ਜਿਹੜੇ ਫੈਕਟਰ ਇਹਦੇ ਅੰਦਰ ਹੈ ਯਾਨੀ ਕਿ ਓਨਰ ਹੋ ਗਿਆ, ਮਸ਼ੀਨਰੀ ਹੋ ਗਿਆ, ਠੀਕ ਹੈ ਨਾ, ਮਨੀ ਹੋ ਗਈ, ਟਾਈਮ ਕੰਜ਼ਿਊਮ ਕਰਨਾ, ਠੀਕ ਹੈ, ਕਿੰਨਾ ਕਰਨਾ ਇੱਕ ਮਸ਼ੀਨ ਨੂੰ ਆਪਾਂ ਚਲਾਉਣ ਲਈ, ਕਿਹਦੇ ਕੰਟਰੋਲ ਦੇ ਵਿੱਚ ਹੈ ਬਿਜ਼ਨਸ ਦੇ। ਇਹਨੂੰ ਆਪਾਂ ਕੀ ਕਰਨੇ ਆ ਇੰਟਰਨਲ। ਹੁਣ ਇੱਕ ਆ ਗਏ ਫੈਕਟਰਸ ਜਿਹੜੇ ਥੋੜੇ ਜਿਹੇ ਬਿਜ਼ਨਸ ਤੋਂ ਬਾਹਰ ਹੈ ਬਟ ਇਹ ਫੁੱਲੀ ਬਿਜ਼ਨਸ ਦੇ ਕੰਟਰੋਲ ਚ ਨਹੀਂ ਹੈਗੇ, ਪਾਰਸ਼ਲੀ ਹੈ ਜਿਹੜਾ ਬਿਜ਼ਨਸ ਇਹਨੂੰ ਕੰਟਰੋਲ ਕਰ ਸਕਦਾ। ਇਹਨੂੰ ਆਪਾਂ ਕੀ ਕਰਨੇ ਆ ਮਾਈਕਰੋ। ਤੇ ਇੱਕ ਹੋਰ ਕਿਹੜੇ ਆ ਗਏ ਜੋ ਕਿ ਬਿਜ਼ਨਸ ਦੇ ਬਿਲਕੁਲ ਬਾਹਰ ਹੈ ਜਿਹਨੂੰ ਬਿਜ਼ਨਸ 1% ਕੰਟਰੋਲ ਨਹੀਂ ਕਰ ਸਕਦਾ, ਉਹ ਫੈਕਟਰਸ ਨੂੰ ਕੀ ਕਰਨੇ ਆਪਾਂ ਮੈਕਰੋ। ਮੈਕਰੋ ਤੇ ਮਾਈਕਰੋ ਕਿਹੜੇ ਹੁੰਦੇ ਆ ਐਕਸਟਰਨਲ। ਸੋ ਦੋ ਤਰ੍ਹਾਂ ਦੇ ਫੈਕਟਰ ਹੁੰਦੇ ਆ ਐਕਸਟਰਨਲ, ਇੰਟਰਨਲ ਜੋ ਬਿਲਕੁਲ ਬਿਜ਼ਨਸ ਦੇ ਕੰਟਰੋਲ ਚ ਹੁੰਦੇ ਨੇ, ਠੀਕ ਹੈ, ਉਹਨੂੰ ਆਪਾਂ ਕੀ ਕਰਨੇ ਆ ਇੰਟਰਨਲ ਫੈਕਟਰਸ। ਜੋ ਬਿਲਕੁਲ ਵੀ ਕੰਟਰੋਲ ਚ ਨਹੀਂ ਹੁੰਦੇ ਹੈਗੇ ਉਹਨੂੰ ਕਹਿੰਦੇ ਆ ਮੈਕਰੋ, ਤੇ ਜਿਹੜੇ ਪਾਰਸ਼ਲੀ ਕੰਟਰੋਲੇਬਲ ਹੁੰਦੇ ਆ ਉਹਨੂੰ ਆਪਾਂ ਕੀ ਕਰਨੇ ਆ ਮਾਈਕਰੋ। ਹੁਣ ਆਪਾਂ ਇੱਕ ਇੱਕ ਕਰਕੇ ਇੰਟਰਨਲ ਇਨਵਾਇਰਨਮੈਂਟ। The internal environment of business includes all forces and factors inside the organization which affect its marketing operations। ਕਿ ਉਹ ਸਾਰੇ internal factors ਜੋ ਕਿ organization ਦੇ ਅੰਦਰ ਹੁੰਦੇ ਆ ਤੇ marketing operations ਨੂੰ affect ਕਰਦੇ ਆ ਉਹਨੂੰ ਆਪਾਂ ਕੀ ਕਹਿੰਦੇ ਆ internal environment। This environment includes sale department, marketing department, manufacturing unit, human resource department। ਹੁਣ ਦੇਖੋ ਸੇਲ ਡਿਪਾਰਟਮੈਂਟ ਕਿਵੇਂ ਪ੍ਰੋਡਕਸ਼ਨ ਨੂੰ ਕੰਟਰੋਲ ਕਰਨਾ ਆਪਣੇ ਹੱਥ 'ਚ ਹੈ ਨਾ। ਮਾਰਕੀਟਿੰਗ ਐਕਟੀਵਿਟੀਜ਼ ਕਿ ਕਿਵੇਂ ਆਪਾਂ ਨੇ ਐਕਟੀਵਿਟੀਜ਼ ਕਰਨੀ, ਜਿਹੜੀ ਟੌਪ ਮੈਨੇਜਮੈਂਟ ਹੈ ਉਹ ਬਣਾਉਂਦੀ ਹੈ ਸਟ੍ਰੈਟਜੀਜ਼। ਮੈਨੂਫੈਕਚਰ ਯੂਨਿਟ ਯਾਨੀ ਕਿ ਆਪਣੀ ਜਿਹੜੀ ਮਸ਼ੀਨ ਹੈ ਉਹ ਅੱਛੇ ਤਰੀਕੇ ਨਾਲ ਵਰਕ ਕਰਦੀ ਪਈ ਹੈ ਕਿ ਨਹੀਂ ਕਰਦੀ ਪਈ। ਐਂਡ ਹਿਊਮਨ ਰਿਸੋਰਸ ਡਿਪਾਰਟਮੈਂਟ ਕਿ ਆਪਾਂ ਨੇ ਕੈਸੇ ਬੰਦੇ ਆਪਣੇ ਜਿਹੜੀ ਕੰਪਨੀ 'ਚ ਭਰਤੀ ਕਰਨੇ ਆ, ਅਗਰ ਆਪਾਂ ਵਧੀਆ ਕਰਾਂਗੇ ਤਾਂ ਆਪਣੀ ਕੰਪਨੀ ਹੈ ਗਰੋ ਹੋਊਗੀ। ਇੰਟਰਨਲ ਕੰਪੋਨੈਂਟਸ ਕੈਨ ਬੀ ਗਰੁੱਪਡ ਅੰਡਰ 5M's। ਜਿਹੜੇ ਕੰਪੋਨੈਂਟਸ ਹੈ ਇੰਟਰਨਲ ਆਪਾਂ ਨੇ ਉਹਨਾਂ ਨੂੰ 5M ਦੀ ਫਾਰਮ ਚ ਗਰੁੱਪ ਕੀਤਾ ਹੈ, ਉਹ ਦੇਖਦੇ ਹਾਂ ਕਿਹੜੇ ਕਿਹੜੇ ਹੈ। 5M ਚ ਪਹਿਲਾ ਫੈਕਟਰ ਕੀ ਆਉਂਦਾ ਮੈਨ। ਹੁਣ ਮੈਨ ਚ ਕੀ ਆ ਜਾਂਦੀ ਆਪਣੀ ਟੌਪ ਲੈਵਲ ਮੈਨੇਜਮੈਂਟ ਹੋ ਜਾਂਦੀ ਹੈ ਜਿਹੜੇ ਕਿ ਡਿਸੀਜਨ ਲੈਂਦੀ ਹੈ, ਠੀਕ ਹੈ ਨਾ, ਸਟ੍ਰੈਟਜੀਜ਼ ਬਣਾਉਂਦੀ ਹੈ, ਮਾਰਕੀਟਿੰਗ ਐਕਟੀਵਿਟੀਜ਼ ਕਿਵੇਂ ਰਨ ਹੋਣਗੀਆਂ ਉਹ ਦੱਸਦੀ ਹੈ। ਬਾਕੀ ਗਰਾਊਂਡ ਲੈਵਲ ਵਾਲੇ ਵਰਕਰਸ ਇਸ 'ਚ ਆ ਜਾਂਦੇ ਆ। ਸੋ ਇਟ ਇਨਕਲੂਡਸ ਸਕਿੱਲ ਐਂਡ ਅਨਸਕਿੱਲਡ ਵਰਕਰਸ। ਮਿੰਟਸ ਦਾ ਮਤਲਬ ਇੱਥੋਂ ਕੀ ਹੈ ਟਾਈਮ, ਕਿ ਆਪਾਂ ਇੱਕ ਕੰਮ ਨੂੰ ਕਰਨ ਲਈ ਕਿੰਨਾ ਟਾਈਮ ਕੰਜ਼ਿਊਮ ਕਰ ਰਹੇ ਹਾਂ, ਟਾਈਮ ਟੇਕਨ ਫॉर ਦਾ ਪ੍ਰੋਸੈਸਿਸ ਆਫ ਦਾ ਬਿਜ਼ਨਸ ਟੂ ਕੰਪਲੀਟ ਅ ਵਰਕ। ਸੋ ਅਗਰ ਆਪਾਂ ਅੱਛੇ ਤਰੀਕੇ ਨਾਲ
ਬਿਜ਼ਨਸ ਨੂੰ ਆਪਾਂ ਰਨ ਕਰਨਾ ਹੈ ਤਾਂ ਆਪਾਂ ਨੂੰ ਹਰ ਇੱਕ ਐਕਟੀਵਿਟੀ ਦਾ ਟਾਈਮ ਰਿਡਿਊਸ ਕਰਨਾ ਪਊਗਾ, ਜਿਸ ਨਾਲ ਆਪਣੀ ਜਿਹੜੀ ਬਿਜ਼ਨਸ ਦੀ ਗਰੋਥ ਹੈ ਉਹ ਤੇਜ਼ ਹੋ ਜਾਏ। ਨੈਕਸਟ ਕੀ ਆਂਦਾ ਮਸ਼ੀਨਰੀ, ਇਕਵਿਪਮੈਂਟ ਰਿਕੁਆਇਰਡ ਬਾਈ ਬਿਜ਼ਨਸ ਟੂ ਫੈਸਿਲਿਟੇਟ ਔਰ ਕੰਪਲੀਟ ਦਾ ਪ੍ਰੋਸੈਸਿਸ। ਹੁਣ ਜਿਹੜੀ ਆਪਣੀ ਮਸ਼ੀਨਰੀ ਹੈ, ਅਗਰ ਆਪਾਂ ਟਾਈਮਲੀ ਉਹਦੀ ਸਰਵਿਸ ਵਗੈਰਾ ਕਰਵਾਉਂਦੇ ਰਹੀਏ, ਠੀਕ ਹੈ, ਜਿੰਨੇ ਵੀ ਆਪਾਂ ਨੂੰ ਉਹਦੇ ਪਾਰਟਸ ਚੇਂਜ ਕਰਵਾਉਣੇ ਟਾਈਮਲੀ ਕਰਵਾਉਂਦੇ ਰਹੀਏ, ਤਾਂ ਆਪਣੀ ਜਿਹੜੀ ਮਸ਼ੀਨ ਹੈ ਉਹ ਸਮੂਥ ਵਰਕ ਕਰੂਗੀ, ਜਿਸ ਦੇ ਨਾਲ ਆਪਣੀ ਪ੍ਰੋਡਕਸ਼ਨ ਦੇ ਵਿੱਚ ਕੋਈ ਵੀ ਰੁਕਾਵਟ ਨਹੀਂ ਆਊਗੀ। ਸੋ ਇਹ ਕਿਸ ਦੇ ਨਾਲ ਲਿੰਕ ਹੋ ਗਿਆ, ਪ੍ਰੋਡਕਸ਼ਨ। ਇਹ ਵੀ ਬਿਜ਼ਨਸ ਦੇ ਕੰਟਰੋਲ ਦੇ ਵਿੱਚ ਹੈ, ਕਿਉਂਕਿ ਇਹ ਬਿਜ਼ਨਸ ਦੇ ਅੰਦਰ ਹੀ ਹੈ ਸਾਰੇ ਫੈਕਟਰਸ। ਅੱਗੇ ਕੀ ਆ ਗਿਆ, ਮਟੀਰੀਅਲ। ਮਟੀਰੀਅਲ ਤੋਂ ਇੱਥੇ ਕੀ ਰੈਫਰ ਹੈ, ਆਪਣਾ ਰॉ ਮਟੀਰੀਅਲ, ਜਿਹਨੂੰ ਆਪਾਂ ਪ੍ਰੋਡਕਸ਼ਨ ਟਾਈਮ ਤੇ ਯੂਜ਼ ਕਰਦੇ ਹਾਂ। ਦਾ ਫੈਕਟਰਸ ਆਫ ਪ੍ਰੋਡਕਸ਼ਨ ਔਰ ਸਪਲਾਈਜ਼ ਰਿਕੁਆਇਰਡ ਬਾਈ ਬਿਜ਼ਨਸ ਟੂ ਕੰਪਲੀਟ ਦਾ ਪ੍ਰੋਸੈਸਿਸ ਔਰ ਪ੍ਰੋਡਕਸ਼ਨ। ਹਮੇਸ਼ਾ ਸਟ੍ਰੈਟਜੀ ਬਣਾਉਣੀ ਚਾਹੀਦੀ ਹੈ ਕਿ ਜਿਹੜਾ ਰॉ ਮਟੀਰੀਅਲ ਹੈ ਉਹ ਆਪਣੇ ਕੋਲ ਹਰ ਟਾਈਮ ਅਵੇਲੇਬਲ ਹੋਵੇ, ਤਾਂ ਕਿ ਪ੍ਰੋਡਕਸ਼ਨ ਕਦੇ ਵੀ ਆਪਣੇ ਰੁਕੇ ਨਾ ਐਂਡ ਸਮੂਥਲੀ ਵਰਕ ਕਰਦੀ ਰਹੇ। ਲਾਸਟ ਫੈਕਟਰ ਕੀ ਹੁੰਦਾ, ਮਨੀ। Money is the financial resource used to purchase machinery, material and pay the employees. ਮਨੀ ਹੈ, ਹੁਣ ਦੇਖੋ ਕੰਪਨੀ ਦੇ ਕੋਲ ਅਗਰ ਪੈਸਾ ਅੱਛਾ ਹੈਗਾ ਤਾਂ ਉਹ ਨਵੀਂ ਨਵੀਂ ਮਸ਼ੀਨਸ ਵੀ ਯੂਜ਼ ਕਰ ਸਕਦਾ ਹੈ, ਠੀਕ ਹੈ ਨਾ, ਬਾਈ ਕਰ ਸਕਦਾ ਹੈ। ਤਾਂ ਮਟੀਰੀਅਲ ਨੂੰ ਵੀ, ਰॉ ਮਟੀਰੀਅਲ ਨੂੰ ਵੀ ਆਪਣੇ ਕੋਲ ਸਟਾਕ ਕਰਕੇ ਰੱਖ ਸਕਦਾ ਕਿ ਤਾਂ ਕਿ ਉਹਦੀ ਪ੍ਰੋਡਕਸ਼ਨ ਰੁਕੇ ਨਾ। ਐਂਡ ਜਿਹੜੇ EMPLOYEES ਹੈ ਉਹਨਾਂ ਨੂੰ ਟਾਈਮਲੀ ਸੈਲਰੀ ਵੀ ਦੇ ਸਕਦਾ, ਜਿਸ ਨਾਲ ਉਹ ਸੈਟਿਸਫਾਈ ਰਹਿਣਗੇ ਐਂਡ ਕੰਪਨੀ ਦੇ ਜਿਹੜੇ ਕੰਮ ਹੈ ਉਹ ਅੱਛੇ ਤਰੀਕੇ ਨਾਲ ਕਰਨਗੇ। ਸੋ ਇਹ ਸਾਰੇ ਫੈਕਟਰ ਇੱਕ ਬਿਜ਼ਨਸ ਦੇ ਕੰਟਰੋਲ 'ਚ ਹੁੰਦੇ ਆ, ਜਿਸ ਕਰਕੇ ਆਪਾਂ ਇਹਨਾਂ ਨੂੰ ਕੀ ਕਰਨੇ ਆ, ਇੰਟਰਨਲ ਫੈਕਟਰ ਯਾਦ ਰੱਖਣੇ ਆ। ਤੁਹਾਨੂੰ ਐਗਜ਼ਾਮ 'ਚ ਪੁੱਛਿਆ ਜਾ ਸਕਦਾ ਹੈ ਕਿ ਇੰਟਰਨਲ ਫੈਕਟਰਸ ਕਿਹੜੇ ਹੁੰਦੇ ਆ, ਜਾਂ ਫਿਰ ਉਹਨਾਂ ਦੇ ਤੁਹਾਨੂੰ ਨਾਮ ਉੱਥੇ ਗਿਵਨ ਹੋਣਗੇ, ਪੁੱਛ ਸਕਦੇ ਆ ਕਿ ਕਿਹੜੇ 5 ਫੈਕਟਰਸ ਹੁੰਦੇ ਆ, ਮੈਨ, ਮਿਨਟਸ, ਮਸ਼ੀਨਰੀ, ਮਟੀਰੀਅਲ ਐਂਡ ਮਨੀ। ਨੈਕਸਟ ਆਉਂਦਾ ਹੈ ਐਕਸਟਰਨਲ ਇਨਵਾਇਰਨਮੈਂਟ। The external environment constitutes factor and forces which are external to the business, ਜੋ ਕਿ ਬਿਜ਼ਨਸ ਤੋਂ ਬਾਹਰ ਹੁੰਦੇ ਨੇ, on which the marketer has little or no control। ਲਿਟਲ ਦਾ ਮਤਲਬ ਪਾਰਸ਼ਲੀ ਕੰਟਰੋਲ ਕਰ ਸਕਦਾ ਹੈ ਜਾਂ ਫਿਰ ਬਿਲਕੁਲ ਵੀ ਕੰਟਰੋਲ ਨਹੀਂ ਕਰ ਸਕਦਾ। ਤੁਹਾਨੂੰ ਮੈਂ ਪਹਿਲੀ ਸਲਾਈਡ 'ਚ ਦੱਸਿਆ ਸੀਗਾ, the external environment is of two types, ਮਾਈਕਰੋ ਐਂਡ ਮੈਕਰੋ। ਹੁਣ ਆਪਾਂ ਮਾਈਕਰੋ ਐਂਡ ਮੈਕਰੋ ਨੂੰ ਡਿਟੇਲ 'ਚ ਪੜਾਂਗੇ। ਮਾਈਕਰੋ ਇਨਵਾਇਰਨਮੈਂਟ, ਮਾਈਕਰੋ ਕੰਪੋਨੈਂਟ ਆਫ ਐਕਸਟਰਨਲ ਇਨਵਾਇਰਨਮੈਂਟ ਇਜ਼ ਆਲਸੋ ਨੋਨ ਐਜ਼ ਟਾਸਕ ਇਨਵਾਇਰਨਮੈਂਟ। ਇਹ ਯਾਦ ਰੱਖਣਾ, ਤੁਹਾਨੂੰ ਕੁਐਸਚਨ ਪੁੱਛਿਆ ਜਾ ਸਕਦਾ ਹੈ ਕਿ ਜਿਹੜੇ ਮਾਈਕਰੋ ਕੰਪੋਨੈਂਟਸ ਹੈ, ਜਿਹੜਾ ਮਾਈਕਰੋ ਇਨਵਾਇਰਨਮੈਂਟ ਹੈ, ਉਹਨੂੰ ਆਪਾਂ ਕਿਹੜੇ ਹੋਰ ਨਾਮ ਤੋਂ ਜਾਣਦੇ ਹਾਂ, ਟਾਸਕ ਇਨਵਾਇਰਨਮੈਂਟ। It comprises of external forces and factors that are directly related to business। So ਜਿਹੜੇ ਆਪਣੇ ਮਾਈਕਰੋ ਇਨਵਾਇਰਨਮੈਂਟ ਦੇ ਫੈਕਟਰਸ ਹੁੰਦੇ ਆ ਨਾ, ਇਹ ਡਾਇਰੈਕਟਲੀ ਰਿਲੇਟਡ ਟੂ ਬਿਜ਼ਨਸ ਹੁੰਦੇ ਆ। ਇਹ ਜਿਹੜੇ ਵੀ ਮਾਰਕੀਟ ਦੇ ਵਿੱਚ ਬਿਜ਼ਨਸ ਰਨ ਕਰ ਰਹੇ ਆ ਉਹਨਾਂ ਨੂੰ ਡਾਇਰੈਕਟਲੀ ਇਹ ਕੀ ਕਰਨਗੇ, ਅਫੈਕਟ ਕਰਨਗੇ, ਬਟ ਪਾਰਸ਼ਲੀ ਇਹ ਕੀ ਹੁੰਦੇ ਆ, ਕੰਟਰੋਲੇਬਲ ਹੁੰਦੇ ਆ। ਕਿ ਜਿਹੜਾ ਕੋਈ ਬਿਜ਼ਨਸ ਅੱਛੇ ਤਰੀਕੇ ਨਾਲ ਰਨ ਕਰ ਰਿਹਾ ਉਹ ਇਹਨੂੰ ਪਾਰਸ਼ਲੀ ਕੀ ਕਰ ਸਕਦਾ, ਕੰਟਰੋਲ ਕਰ ਸਕਦਾ। ਹੁਣ ਇਹਦੇ ਵਿੱਚ ਕੀ ਫੈਕਟਰਸ ਆਉਂਦੇ ਆ, ਫਸਟ ਕੀ ਆਉਂਦਾ, ਸਪਲਾਇਰਸ। ਹੁਣ ਦੇਖੋ ਜਿਹੜਾ ਸਪਲਾਇਰਸ ਹੈ ਇਹ ਐਕਸਟਰਨਲ ਕਿਉਂ ਹੈ, ਬਿਕੋਜ਼ ਆਪਣਾ ਅਗਰ ਰਿਲੇਸ਼ਨਸ਼ਿਪ ਹੈ ਜਿਹੜਾ ਸਪਲਾਇਰ ਦੇ ਨਾਲ ਖਰਾਬ ਹੋ ਗਿਆ, ਤਾਂ ਆਪਾਂ ਨੂੰ ਉਹਨੇ ਟਾਈਮਲੀ ਰॉ ਮਟੀਰੀਅਲ ਹੈ ਜੋ ਉਹ ਆਪਾਂ ਨੂੰ ਨਹੀਂ ਡਿਲੀਵਰ ਕਰੂਗਾ, ਜਿਸ ਨਾਲ ਆਪਣੀ ਜਿਹੜੀ ਪ੍ਰੋਡਕਸ਼ਨ ਐਕਟੀਵਿਟੀ ਹੈ ਉਹ ਕੀ ਹੋ ਜੂਗੀ, ਡਿਲੇ ਹੋ ਜੂਗੀ, ਠੀਕ ਹੈ ਨਾ, ਜਿਸ ਨਾਲ ਆਪਣੇ ਕੋਲ ਕੀ ਹੈ, ਮਟੀਰੀਅਲ ਦੀ ਸ਼ਾਰਟੇਜ ਹੋ ਜੂਗੀ, ਪ੍ਰੋਡਕਟ ਦੀ ਸ਼ਾਰਟੇਜ ਹੋ ਜੂਗੀ ਐਂਡ ਮਾਰਕੀਟ ਦੇ ਵਿੱਚ ਕਸਟਮਰਸ ਨੂੰ ਆਪਣਾ ਪ੍ਰੋਡਕਟ ਅਵੇਲੇਬਲ ਨਹੀਂ ਕਰਵਾ ਪਾਵਾਂਗੇ। ਸੋ ਸਪਲਾਇਰਸ ਨਾਲ ਅੱਛਾ ਰਿਲੇਸ਼ਨ ਬਣਾਉਣਾ ਇਹ ਆਪਣੇ ਹੱਥ 'ਚ ਹੁੰਦਾ ਕਿ ਆਪਾਂ ਉਹਨੂੰ ਟਾਈਮਲੀ ਹੈ ਜਿਹੜੀ ਉਹਨੂੰ ਮਨੀ ਦਿੰਦੇ ਰਹੀਏ, ਉਹਦੇ ਨਾਲ ਆਪਾਂ ਅੱਛੇ ਤਰੀਕੇ ਨਾਲ ਗੱਲ ਕਰੀਏ, ਜਿਹੜੀ ਆਪਣੇ ਵਿੱਚ ਪੋਲਿਸੀਜ਼ ਹੈ ਉਹਨਾਂ ਨੂੰ ਆਪਾਂ ਕਦੇ ਤੋੜੀਏ ਨਾ। ਸੋ ਪਾਰਸ਼ਲੀ ਕੰਟਰੋਲੇਬਲ ਹੈ, ਕਿਉਂਕਿ ਆਪਾਂ ਸਪਲਾਇਰ ਨਾਲ ਧੱਕਾ ਨਹੀਂ ਕਰ ਸਕਦੇ ਕਿ ਬਾਈ ਸਾਨੂੰ ਤੂੰ ਰॉ ਮਟੀਰੀਅਲ ਦੇ ਹੀ ਦੇ, ਠੀਕ ਹੈ ਨਾ। ਸੋ ਸੈਕਿੰਡ ਕੀ ਆਉਂਦਾ ਹੈ, ਮਾਰਕੀਟ ਇੰਟਰਮੀਡੀਏਟਸ। ਮਾਰਕੀਟ ਇੰਟਰਮੀਡੀਏਟਸ ਕੀ ਹੁੰਦੇ ਨੇ, ਜਿਵੇਂ ਕਿ ਹੋਲਸੇਲਰ, ਮਰਚੈਂਟਸ, ਏਜੰਟਸ। ਉਹ ਸਾਰੇ ਬੰਦੇ ਜੋ ਕਿ ਇੱਕ ਪ੍ਰੋਡਕਟ ਨੂੰ ਇੱਕ ਫੈਕਟਰੀ ਤੋਂ ਲੈ ਕੇ, ਠੀਕ ਹੈ ਨਾ, ਜਿੱਥੇ ਪ੍ਰੋਡਕਟ ਮੈਨੂਫੈਕਚਰ ਹੋ ਰਿਹਾ ਹੈ ਉਹ ਪੁਆਇੰਟ ਤੋਂ ਲੈ ਕੇ ਇੱਕ ਫਾਈਨਲ ਕਸਟਮਰ ਤੱਕ ਪਹੁੰਚਾਉਂਦਾ ਹੈ, ਉਹਨੂੰ ਆਪਾਂ ਕੀ ਕਰਨੇ ਆ, ਸਾਰਿਆਂ ਨੂੰ ਮਾਰਕੀਟ ਇੰਟਰਮੀਡੀਏਟਸ, ਠੀਕ ਹੈ ਨਾ। ਸੋ ਇਹਨਾਂ ਨੂੰ ਖੁਸ਼ ਰੱਖਣਾ, ਇਹਨਾਂ ਨੂੰ ਆਪਾਂ ਅੱਛੇ ਤਰੀਕੇ ਨਾਲ ਮਾਰਜਿਨ ਪ੍ਰੋਵਾਈਡ ਕਰੀਏ, ਠੀਕ ਹੈ, ਕੋਈ ਨਾ ਕੋਈ ਸਕੀਮ ਦਿੰਦੇ ਰਹੀਏ ਅਗਰ ਇਹ ਟਾਰਗੇਟ ਕੰਪਲੀਟ ਕਰਦੇ ਆ। ਸੋ ਇਹ ਅਗਰ ਖੁਸ਼ ਰਹਿਣਗੇ, ਇਹ ਆਪਣਾ ਪ੍ਰੋਡਕਟ ਵੇਚਣ 'ਚ ਇੰਟਰਸਟ ਦਿਖਾਉਣਗੇ, ਜਿਸ ਨਾਲ ਕੀ ਆ ਆਪਣੀ ਜਿਹੜੀ ਕੰਪਨੀ ਆ ਗਰੋਥ ਹੋਊਗੀ, ਮਾਰਕੀਟਿੰਗ ਐਕਟੀਵਿਟੀਜ਼ ਆਪਣੀ ਸਮੂਥਲੀ ਵਰਕ ਕਰਦੀਆਂ ਰਹਿਣਗੀਆਂ, ਠੀਕ ਹੈ। ਸੋ ਇਹ ਵੀ ਪਾਰਸ਼ਲੀ ਕੰਟਰੋਲੇਬਲ ਹੈ, ਕਿਉਂਕਿ ਅਗਰ ਆਪਣਾ ਬਿਜ਼ਨਸ ਹੈ, ਠੀਕ ਹੈ ਨਾ, ਅੱਛੇ ਤਰੀਕੇ ਨਾਲ ਇਹਨਾਂ ਨੂੰ ਮੈਨੇਜ ਕਰਾਂਗੇ, ਅੱਛੇ ਤਰੀਕੇ ਨਾਲ ਟ੍ਰੀਟ ਕਰਾਂਗੇ, ਇਹਨਾਂ ਨੂੰ ਆਫਰਸ ਦਿੰਦੇ ਰਵਾਂਗੇ, ਮਾਰਜਿਨ ਦਿੰਦੇ ਰਵਾਂਗੇ, ਤਾਂ ਇਹ ਵੀ ਕੀ ਹੈ, ਆਪਣਾ ਸਾਥ ਦੇਣਗੇ ਆਪਣੀ ਸੇਲ ਨੂੰ ਇਨਕਰੀਜ਼ ਕਰਨ 'ਚ। ਥਰਡ ਫੈਕਟਰ ਕੀ ਆਉਂਦਾ, ਕਸਟਮਰਸ। ਹੁਣ ਦੇਖੋ ਜਦੋਂ ਆਪਾਂ ਇੱਥੇ ਕਸਟਮਰ ਦੀ ਗੱਲ ਕਰਦੇ ਹਾਂ, ਕਸਟਮਰਸ ਬਹੁਤ ਟਾਈਪ ਦੇ ਹੁੰਦੇ ਆ ਜੋ ਕਿ ਫਾਈਨਲ ਗੁੱਡਸ ਯੂਜ਼ ਕਰਦੇ ਨੇ, ਠੀਕ ਹੈ,
ਜੋ ਕਿ ਸੈਮੀ ਫਿਨਿਸ਼ ਯੂਜ਼ ਕਰਦੇ ਨੇ, ਜੋ ਠੀਕ ਹੈ, ਤੇ ਜੋ ਕੀ ਹੁੰਦੇ ਨੇ ਅਸੈਂਬਲ ਕਰਕੇ ਅੱਗੇ ਵੇਚਦੇ ਨੇ, ਠੀਕ ਹੈ। ਤਾਂ ਕਾਫੀ ਤਰ੍ਹਾਂ ਦੇ ਜਿਹੜੇ ਹੈ ਕਸਟਮਰਸ ਹੁੰਦੇ ਆ। ਹੁਣ ਉਹ ਕਸਟਮਰਸ ਨੂੰ ਸੈਟੀਸਫਾਈ ਕਰਨਾ, ਆਪਾਂ ਉਹਨਾਂ ਨੂੰ ਜੋ ਚੀਜ਼ ਚਾਹੀਦੀ ਹੈ ਉਹੀ ਚੀਜ਼ ਪ੍ਰੋਵਾਈਡ ਕਰੀਏ, ਜਿਸ ਨਾਲ ਆਪਣੀ ਜਿਹੜੀ ਕੰਪਨੀ ਹੈ ਉਸਦਾ ਇੱਕ ਨਾਮ ਮਾਰਕੀਟ ਦੇ ਵਿੱਚ ਬਣਿਆ ਰਵੇ, ਠੀਕ ਹੈ। ਸੋ ਇਹ ਵੀ ਕਿਹਦੇ ਹੱਥ 'ਚ ਹੁੰਦਾ ਹੈ, ਥੋੜਾ ਜਿਹਾ ਕੰਪਨੀ ਦੇ ਹੱਥ 'ਚ। ਹੁਣ ਦੇਖੋ ਫਾਈਨਲ ਕਸਟਮਰ ਹੈ, ਇਹਨੂੰ ਕੋਈ ਐਸਾ ਪ੍ਰੋਡਕਟ ਚਾਹੀਦਾ ਕਿ ਡਾਇਰੈਕਟ ਯੂਜ਼ ਕਰ ਪਾਵੇ, ਲੇਕਿਨ ਆਪਾਂ ਉਹਨੂੰ ਪ੍ਰੋਵਾਈਡ ਹੀ ਨਹੀਂ ਕਰਵਾ ਪਾ ਰਹੇ। ਆਪਣੇ ਕੋਲ ਐਸੀ ਫਾਰਮ 'ਚ ਹੈ ਕਿ ਉਹ ਕਸਟਮਰ ਨੂੰ ਪ੍ਰੋਡਕਟ ਆਪਣੇ ਤੋਂ ਲੈ ਕੇ ਉਹਦੇ ਵਿੱਚ ਕੋਈ ਚੇਂਜਸ ਕਰਕੇ ਫੇਰ ਯੂਜ਼ ਕਰ ਸਕਦਾ ਫਾਈਨਲ ਕਸਟਮਰ। ਤਾਂ ਉਹ ਕੀ ਹੈ, ਇੱਕ ਆਪਣੀ ਕੰਪਨੀ ਲਈ ਕੀ ਹੈ, ਇੱਕ ਉਹ ਬੈਡ ਇਮੇਜ ਕ੍ਰੀਏਟ ਕਰਦਾ ਹੈ ਕਿ ਇਹਦਾ ਜਿਹੜਾ ਪ੍ਰੋਡਕਟ ਹੈ ਯਾਰ ਕੋਈ ਕੰਮ ਦਾ ਨਹੀਂ ਹੈਗਾ। ਹੁਣ ਸੈਮੀ ਫਿਨਿਸ਼ ਜਿਹੜੇ ਯੂਜ਼ ਕਰਦੇ ਨੇ ਯਾਨੀ ਕਿ ਇੰਡਸਟਰੀਅਲ ਵਾਲੇ, ਉਹ ਕੀ ਹੁੰਦਾ ਹੈ, ਉਹ ਇੰਡਸਟਰੀਜ਼ ਵਾਲੇ ਕੀ ਕਰਦੇ ਨੇ, ਜਿਵੇਂ ਉਹਨਾਂ ਨੂੰ ਕੋਈ ਪਾਰਟ ਚਾਹੀਦਾ ਹੁੰਦਾ, ਉਹ ਪਾਰਟ ਨੂੰ ਇੱਕ ਪ੍ਰੋਡਕਟ ਦੇ ਨਾਲ ਲਿੰਕ ਕਰਕੇ ਇੱਕ ਆਪਣਾ ਪ੍ਰੋਡਕਟ ਪ੍ਰੋਡਿਊਸ ਕਰਦੇ ਨੇ, ਜੋ ਕਿ ਉਹ ਫਾਈਨਲ ਕਸਟਮਰਸ ਨੂੰ ਡਿਲੀਵਰ ਕਰਦੇ ਨੇ। ਅਸੈਂਬਲਡ ਜਿਹੜੇ ਕਿ ਅਸੈਂਬਲਡ ਕਰਦੇ ਨੇ, ਠੀਕ ਹੈ ਨਾ, ਇਹ ਸੇਮ ਸੈਮੀ ਫਿਨਿਸ਼ ਦਾ ਹੀ ਕੰਸੈਪਟ ਆ ਜਾਂਦਾ ਹੈ। ਸੋ ਆਪਾਂ ਨੂੰ ਕਸਟਮਰਸ ਦੇ ਅਕੋਰਡਿੰਗ ਹੀ ਉਹਨਾਂ ਨੂੰ ਜਿਹੜਾ ਪ੍ਰੋਡਕਟ ਪ੍ਰੋਵਾਈਡ ਕਰਨਾ ਪਊਗਾ, ਜਿਸ ਨਾਲ ਜਿਹੜੇ ਕੀ ਕਸਟਮਰ ਹੈ ਉਹ ਕੀ ਰਹਿਣਗੇ, ਸੈਟੀਸਫਾਈ ਰਹਿਣਗੇ। ਸੋ ਇਹ ਵੀ ਕੀ ਹੈ, ਮਾਈਕਰੋ ਇਨਵਾਇਰਨਮੈਂਟ ਹੈ, ਬਿਕੋਜ਼ ਕਸਟਮਰਸ ਕੀ ਆ ਕੰਪਨੀ ਤੋਂ ਬਾਹਰ ਹੁੰਦੇ ਆ, ਬਟ ਉਹਨਾਂ ਨੂੰ ਸੈਟੀਸਫਾਈ ਕਰਨਾ ਉਹ ਆਪਣੇ ਹੱਥ 'ਚ ਹੁੰਦਾ ਹੈ। ਫੋਰਥ ਕੀ ਆਉਂਦਾ ਹੈ, ਪਾਰਟਨਰਸ। ਹੁਣ ਪਾਰਟਨਰਸ ਵਿੱਚ ਕਿਹੜੇ ਕਿਹੜੇ ਆ ਗਏ, ਹੁਣ ਦੇਖੋ ਕੰਪਨੀ ਹੈ, ਕੰਪਨੀ ਕਾਫੀ ਤਰ੍ਹਾਂ ਦੀ ਐਕਟੀਵਿਟੀਜ਼ ਕਰਦੀ ਹੈ, ਯਾਨੀ ਕਿ ਐਡਵਰਟਾਈਜ਼ਮੈਂਟ ਕਰਦੀ ਹੈ, ਠੀਕ ਹੈ, ਟਰਾਂਸਪੋਰਟੇਸ਼ਨ ਫੈਸਿਲਿਟੀ ਯੂਜ਼ ਕਰਦੀ ਹੈ, ਠੀਕ ਹੈ, ਬੈਂਕਸ ਵਗੈਰਾ ਤੋਂ ਲੋਨ ਲੈਂਦੀ ਹੈ, ਠੀਕ ਹੈ, ਇੰਸ਼ੋਰੈਂਸ ਵਗੈਰਾ ਕਰਵਾਉਂਦੀ ਹੈ ਆਪਣੇ EMPLOYEES ਦੀ। ਇਹ ਸਾਰੇ ਕੀ ਹੁੰਦੇ ਆ, ਪਾਰਟਨਰਸ ਹੁੰਦੇ ਆ, ਬਿਕੋਜ਼ ਆਪਾਂ ਇਹ ਸਾਰੀ ਸਰਵਿਸਿਜ਼ ਨੂੰ ਕੀ ਕਰਦੇ ਆ, ਆਊਟਸੋਰਸ ਕਰਦੇ ਆ। ਸੋ ਇੱਕ ਤਰ੍ਹਾਂ ਦੇ ਆਪਣੇ ਪਾਰਟਨਰਸ ਹੋ ਗਏ ਜੋ ਕਿ ਆਪਣੇ ਬਿਜ਼ਨਸ ਨੂੰ ਰਨ ਕਰਨ ਦੇ ਵਿੱਚ ਹੈਲਪ ਕਰਦੇ ਆ। ਇਹਨਾਂ ਨਾਲ ਅਗਰ ਆਪਾਂ ਰਿਲੇਸ਼ਨ ਅੱਛਾ ਬਣਾ ਕੇ ਰੱਖੀਏ ਤਾਂ ਇਹ ਵੀ ਆਪਾਂ ਨੂੰ ਜਿਹੜੀ ਸਰਵਿਸਿਜ਼ ਹੈ ਉਹ ਅੱਛੇ ਤਰੀਕੇ ਨਾਲ ਪ੍ਰੋਵਾਈਡ ਕਰਨਗੇ। ਫਿਫਥ ਕੀ ਆਉਂਦਾ ਹੈ, ਕੰਪੀਟੀਟਰਸ। ਹੁਣ ਦੇਖੋ ਮਾਰਕੀਟ ਦੇ ਵਿੱਚ ਤੁਹਾਡੇ ਕਾਫੀ ਕੰਪੀਟੀਟਰਸ ਹੋ ਸਕਦੇ ਆ, ਜਿਹੜੇ ਕਿ ਸਿਮਿਲਰ ਜੋ ਤੁਸੀਂ ਪ੍ਰੋਡਕਟ ਵੇਚ ਰਹੇ ਹੋ ਉਹੀ ਵੇਚ ਰਹੇ ਹੋਣ, ਜਾਂ ਫਿਰ ਤੁਹਾਡਾ ਕੋਈ ਸਬਸਟੀਟਿਊਟ ਪ੍ਰੋਡਕਟ ਵੇਚ ਰਹੇ ਹੋਣ। ਸਿਮਿਲਰ ਪ੍ਰੋਡਕਟ ਤਾਂ ਹੋ ਗਿਆ, ਸਪੋਜ਼ ਕਰੋ ਦੋ ਦੁਕਾਨਾਂ ਨੇ, ਤੁਸੀਂ A ਦੁਕਾਨਦਾਰ ਕੋਲ ਗਏ, ਉਹਦੇ ਕੋਲ ਵੀ ਲਕਸ ਦੀ ਸ਼ੌਪ ਹੈਗੀ ਹੈ, B ਦੇ ਕੋਲ ਗਏ ਉਹਦੇ ਕੋਲ ਵੀ ਹੈਗੀ ਹੈ, ਉਹਨੂੰ ਤਾਂ ਆਪਾਂ ਕੀ ਕਹਿ ਦਿੰਦੇ ਹਾਂ, ਸਿਮਿਲਰ ਪ੍ਰੋਡਕਟਸ। ਹੁਣ ਤੁਸੀਂ ਕਿਸੇ ਕੋਲਡ ਡਰਿੰਕ ਵਾਲੇ ਕੋਲ ਗਏ, ਠੀਕ ਹੈ, ਤੁਸੀਂ ਲੈਣ ਗਏ ਹੋ ਕੋਕ, ਬਟ ਉਹਦੇ ਕੋਲ ਕੋਕ ਅਵੇਲੇਬਲ ਨਹੀਂ ਹੈਗਾ, ਉਹ ਤੁਹਾਨੂੰ ਕਹਿੰਦਾ ਕਿ ਸਰ ਤੁਸੀਂ ਐਂ ਕਰੋ ਪੈਪਸੀ ਲੈ ਲਓ। ਇਹ ਕੀ ਹੋ ਗਿਆ, ਸਬਸਿਡਰੀ ਪ੍ਰੋਡਕਟਸ ਹੋ ਗਏ, ਯਾਨੀ ਕਿ ਕੋਕ ਦੀ ਜਗ੍ਹਾ ਤੁਸੀਂ ਪੈਪਸੀ ਵੀ ਪੀ ਸਕਦੇ ਹੋ ਆਪਣੀ ਪਿਆਸ ਬੁਝਾਉਣ ਲਈ। ਸੋ ਇਹ ਕੀ ਹੋ ਗਿਆ, ਸਬਸਟੀਟਿਊਟ ਪ੍ਰੋਡਕਟਸ ਹੋ ਗਏ। ਸੋ ਇਹ ਵੀ ਇੱਕ ਤਰ੍ਹਾਂ ਦਾ ਕੀ ਹੋ ਗਿਆ, ਕੰਪੀਟੀਸ਼ਨ ਹੋ ਗਿਆ, ਯਾਨੀ ਕਿ ਕੋਕ ਦਾ ਕੰਪੀਟੀਸ਼ਨ ਕਿਹਦੇ ਨਾਲ ਹੋ ਗਿਆ, ਪੈਪਸੀ ਨਾਲ। ਇੱਕ ਦੁਕਾਨਦਾਰ ਦਾ ਕੰਪੀਟੀਸ਼ਨ ਕਿਹਦੇ ਨਾਲ ਹੋ ਗਿਆ, ਇਹ ਦੁਕਾਨਦਾਰ ਦਾ ਕੰਪੀਟੀਸ਼ਨ B ਦੇ ਨਾਲ ਹੋ ਗਿਆ। ਸੋ ਕੰਪੀਟੀਟਰਸ ਵੀ ਅਲੱਗ-ਅਲੱਗ ਟਾਈਪ ਦੇ ਹੁੰਦੇ ਆ। ਅਗਰ ਆਪਾਂ ਹਰ ਇੱਕ ਚੀਜ਼ ਆਪਣੇ ਕੋਲ ਅਵੇਲੇਬਲ ਰੱਖੀਏ ਐਂਡ ਉਹਨਾਂ ਨੂੰ ਹਾਇਰ ਕੁਆਲਿਟੀ ਪ੍ਰੋਵਾਈਡ ਕਰੀਏ, ਤਾਂ ਆਪਾਂ ਕੀ ਕਰ ਸਕਦੇ ਹਾਂ, ਆਪਣੇ ਕੰਪੀਟੀਟਰਸ ਤੋਂ ਬਚ ਸਕਦੇ ਹਾਂ ਤੇ ਆਪਣੀ ਜਿਹੜੀ ਮਾਰਕੀਟ ਦੇ ਵਿੱਚ ਇਮੇਜ ਹੈ ਉਹਨੂੰ ਵੀ ਇਨਕਰੀਜ਼ ਕਰ ਸਕਦੇ ਹਾਂ। ਲਾਸਟ ਕੀ ਆਉਂਦਾ, ਪਬਲਿਕ। ਹੁਣ ਪਬਲਿਕ ਦੇ ਵਿੱਚ ਕੀ ਆਉਂਦੀ ਹੈ, ਜਨਰਲ ਪਬਲਿਕ। ਹੁਣ ਜਿਵੇਂ ਲੋਕੀ ਗੱਲ ਕਰਦੇ ਰਹਿੰਦੇ ਆ, ਠੀਕ ਹੈ ਨਾ, ਕਿ ਯਾਰ ਉਹ ਕੰਪਨੀ ਦਾ ਪ੍ਰੋਡਕਟ ਯੂਜ਼ ਕਰੋ ਬਹੁਤ ਵਧੀਆ। ਸੋ ਜਨਰਲ ਪਬਲਿਕ ਹੈ ਜਿਹੜੀ, ਉਹ ਕੰਪਨੀ ਨੂੰ ਬਹੁਤ ਇਫੈਕਟ ਕਰਦੀ ਹੈ, ਬਿਕੋਜ਼ ਅਗਰ ਕਸਟਮਰ ਸੈਟੀਸਫਾਈ ਹੋਣਗੇ ਆਪਣੇ ਪ੍ਰੋਡਕਟਸ ਤੋਂ, ਆਪਣੀ ਸਰਵਿਸਿਜ਼ ਤੋਂ, ਉਹ ਜਦੋਂ 5 ਲੋਕਾਂ ਨੂੰ ਜਾ ਕੇ ਮਿਲਣਗੇ ਤਾਂ ਆਪਣੀ ਕੰਪਨੀ ਦੀ ਅਗਰ ਤਾਰੀਫ ਕਰਨਗੇ ਤਾਂ ਆਪਣੀ ਕੰਪਨੀ ਦੀ ਜਿਹੜੀ ਇਮੇਜ ਆ ਉੱਪਰ ਜਾਊਗੀ, ਠੀਕ ਹੈ ਨਾ, ਜਿਸ ਨਾਲ ਆਪਾਂ ਮਾਰਕੀਟਿੰਗ ਦੀ ਐਕਟੀਵਿਟੀਜ਼ ਅੱਛੇ ਤਰੀਕੇ ਨਾਲ ਕਰ ਸਕਦੇ ਹਾਂ। ਸੋ ਇਹ ਸਾਰੇ ਫੈਕਟਰਸ ਐਸੇ ਹੈ ਕਿ ਇਹਨਾਂ ਨੂੰ ਥੋੜਾ ਥੋੜਾ ਬਿਜ਼ਨਸ ਕੰਟਰੋਲ ਕਰ ਸਕਦਾ ਹੈ, ਬਟ ਪੂਰੇ ਤਰੀਕੇ ਨਾਲ ਨਹੀਂ ਕਰ ਸਕਦਾ ਹੈਗਾ। ਸੋ ਇਹਨਾਂ ਨੂੰ ਆਪਾਂ ਕੀ ਕਹਿੰਦੇ ਹਾਂ, ਮਾਈਕਰੋ ਇਨਵਾਇਰਨਮੈਂਟ। ਆਈ ਹੋਪ ਤੁਹਾਨੂੰ ਸਾਰੇ ਸਮਝ ਲੱਗ ਗਏ ਹੋਣਗੇ ਅੱਛੇ ਤਰੀਕੇ ਦੇ ਨਾਲ। ਨੈਕਸਟ ਦੇਖਦੇ ਹਾਂ, ਮੈਕਰੋ ਇਨਵਾਇਰਨਮੈਂਟ। The macro component of marketing environment is also known as broad environment. ਇਹਨੂੰ ਆਪਾਂ ਕੀ ਕਹਿੰਦੇ ਆ, broad environment, ਉਹਨੂੰ ਆਪਾਂ ਕੀ ਕਹਿੰਦੇ ਸੀ ਮਾਈਕਰੋ ਨੂੰ, task environment. It constitutes the external factor and forces which affects the industry as a whole, but don't have direct effect on business. ਇਹ ਕੀ ਹੈ, ਇਹ ਇੰਡਸਟਰੀ ਨੂੰ ਪੂਰੇ ਤਰੀਕੇ ਨਾਲ ਇਫੈਕਟ ਕਰਦੇ ਆ, ਬਟ ਡਾਇਰੈਕਟ ਕਿਸੇ ਬਿਜ਼ਨਸ ਨੂੰ ਨਹੀਂ ਕਰਦੇ। ਇੰਡਸਟਰੀ ਦਾ ਮਤਲਬ ਕੀ ਹੋ ਗਿਆ, ਜਿਵੇਂ ਬੀਵਰੇजेस ਇੰਡਸਟਰੀ ਹੋ ਗਈ ਜੋ ਕਿ ਕੋਲਡ ਡਰਿੰਕ ਵਗੈਰਾ ਬਣਾਉਂਦੀ ਹੈ, ਇਹਨੂੰ ਆਪਾਂ ਕੀ ਕਹਿੰਦੇ ਆ, ਇੰਡਸਟਰੀ, ਠੀਕ ਹੈ। ਤੇ ਇਹਦੇ ਵਿੱਚ ਅਗਰ ਇਹਨੂੰ ਇਫੈਕਟ ਹੋਊਗਾ, ਯਾਨੀ ਕਿ ਕੋਕ ਕੰਪਨੀ, ਪੈਪਸੀ ਕੰਪਨੀ, ਇਹ ਸਾਰਿਆਂ ਨੂੰ ਇਫੈਕਟ ਹੋਊਗਾ। ਬਟ ਬਿਜ਼ਨਸ ਦਾ ਮਤਲਬ ਕੀ ਹੁੰਦਾ ਹੈ, ਜਿਵੇਂ ਇਕੱਲੀ ਕੋਕ ਕੰਪਨੀ ਹੋ ਗਈ, ਇੱਕ ਪਾਰਟਿਕੂਲਰ ਬਿਜ਼ਨਸ ਨੂੰ ਇਫੈਕਟ ਕਰਨਾ, ਠੀਕ ਹੈ ਨਾ। ਸੋ ਇੰਡਸਟਰੀ ਤੇ ਬਿਜ਼ਨਸ ਇਹ ਫਰਕ ਹੁੰਦਾ। ਹੁਣ ਦੇਖੋ ਕੀ ਹੈ, ਜਿਹੜੇ ਮੈਕਰੋ ਹੈ ਪੂਰੀ ਇੰਡਸਟਰੀ ਨੂੰ ਇਫੈਕਟ ਕਰਦੇ ਆ, ਨਾ ਕਿ ਇੱਕ ਪਾਰਟਿਕੂਲਰ ਬਿਜ਼ਨਸ ਨੂੰ। ਦ ਮੈਕਰੋ ਇਨਵਾਇਰਨਮੈਂਟ ਕੈਨ ਬੀ ਡਿਵਾਈਡਡ ਇਨਟੂ 6 ਪਾਰਟ। ਇਹਨੂੰ ਆਪਾਂ 6 ਪਾਰਟਸ ਡਿਵਾਈਡ ਕੀਤਾ ਹੈ। ਪਹਿਲਾ ਕੀ ਆਉਂਦਾ, ਡੈਮੋਗ੍ਰਾਫਿਕ ਇਨਵਾਇਰਨਮੈਂਟ।
ਹੁਣ ਜਿਹੜਾ ਡੈਮੋਗ੍ਰਾਫਿਕ ਇਨਵਾਇਰਨਮੈਂਟ ਚ ਕੀ ਆਂਦਾ ਹੈ, ਇਸ ਚ ਆਪਾਂ ਲੋਕਾਂ ਦੀ ਸਟੱਡੀ ਕਰਦੇ ਹਾਂ, ਪੀਪਲ, ਜੋ ਕਿ ਇੱਕ ਪਾਰਟਿਕੂਲਰ ਮਾਰਕੀਟ ਨੂੰ ਬਣਾਉਂਦੇ ਆ, ਠੀਕ ਹੈ ਨਾ। ਗਰੁੱਪ ਆਫ ਪੀਪਲ ਦੇ ਨਾਲ ਇੱਕ ਪਾਰਟਿਕੂਲਰ ਮਾਰਕੀਟ ਕ੍ਰੀਏਟ ਹੋਗੀ ਨਾ। ਇਸ ਚ ਆਪਾਂ ਹੁਣ ਕੀ ਸਟੱਡੀ ਕਰਦੇ ਆ ਕਿ ਸਪੋਜ਼ ਕਰੋ ਕੋਈ ਪਾਰਟਿਕੂਲਰ ਤੁਸੀਂ ਸ਼ਹਿਰ ਲੈ ਲਿਆ, ਉਸ ਦੇ ਵਿੱਚ ਪਾਪੂਲੇਸ਼ਨ ਦਾ ਸਾਈਜ਼ ਕਿੰਨਾ ਹੈ, ਡੈਂਸਿਟੀ ਕਿੰਨੀ ਹੈ, ਕਿ 1 ਕਿਲੋਮੀਟਰ ਦੇ ਅੰਦਰ ਕਿੰਨੇ ਲੋਕ ਰਹਿੰਦੇ ਆ, ਠੀਕ ਹੈ। ਉੱਥੇ ਮੋਸਟਲੀ ਕਿੰਨੇ ਏਜ ਗਰੁੱਪ ਦੇ ਲੋਕ ਰਹਿੰਦੇ ਆ, ਮੋਸਟਲੀ ਉੱਥੇ ਲੋਕੇਸ਼ਨਸ ਕਿਹੜੀਆਂ ਨੇ ਜ਼ਿਆਦਾ। ਬਾਕੀ ਕੀ ਹੈ, ਜੈਂਡਰ, ਆਪਾਂ ਦੇਖਦੇ ਹਾਂ ਕਿ ਪਾਪੂਲੇਸ਼ਨ ਕੈਸੀ ਹੈ, ਮੇਲ ਜ਼ਿਆਦਾ ਹੈ ਫੀਮੇਲ ਜ਼ਿਆਦਾ ਹੈ, ਉਸ ਹਿਸਾਬ ਨਾਲ ਹੀ ਆਪਾਂ ਉੱਥੇ ਮਾਰਕੀਟਿੰਗ ਦੀ ਐਕਟੀਵਿਟੀਜ਼ ਕਰਾਂਗੇ। ਬਾਕੀ ਆਪਾਂ ਕੀ ਦੇਖਦੇ ਹਾਂ, ਓਕੂਪੇਸ਼ਨ, ਕਿ ਬਿਜ਼ਨਸ ਕਲਾਸ ਹੈ ਜਾਂ ਸਰਵਿਸ ਕਲਾਸ ਹੈ, ਠੀਕ ਹੈ। ਸੋ ਇਹ ਸਾਰੇ ਫੈਕਟਰਸ ਨੂੰ ਆਪਾਂ ਕੀ ਕਰਨੇ ਆ, ਡੈਮੋਗ੍ਰਾਫਿਕ ਫੈਕਟਰਸ ਕਰਨੇ ਆ। ਡੈਮੋਗ੍ਰਾਫਿਕ ਇਨਵਾਇਰਨਮੈਂਟ ਦੇ ਫੈਕਟਰਸ ਨੇ ਸਾਈਜ਼, ਡੈਂਸਿਟੀ, ਏਜ, ਲੋਕੇਸ਼ਨ, ਜੈਂਡਰ, ਓਕੂਪੇਸ਼ਨ। ਇਹ ਸਾਰੇ ਕਿਹਦੇ ਰਿਲੇਟਡ ਹੁੰਦੇ ਆ, ਪਾਪੂਲੇਸ਼ਨ ਦੇ ਰਿਲੇਟਡ। ਨੈਕਸਟ ਕੀ ਆਂਦਾ ਹੈ, ਇਕਨੋਮਿਕ ਇਨਵਾਇਰਨਮੈਂਟ। ਹੁਣ ਨਾਮ ਤੋਂ ਹੀ ਪਤਾ ਲੱਗ ਰਿਹਾ ਉਹ ਇਕਨੋਮਿਕ। ਇਸ ਚ ਕੀ ਆ, ਆਪਾਂ ਪਰਚੇਜ਼ਿੰਗ ਪਾਵਰ ਦੇਖਦੇ ਆ, ਤੇ ਉਹ ਸਾਰੇ ਫੈਕਟਰ ਜਿਹੜੇ ਪਰਚੇਜ਼ਿੰਗ ਪਾਵਰ ਨੂੰ ਇਫੈਕਟ ਕਰਦੇ ਆ। ਇਹਦੇ ਵਿੱਚ ਆਪਣੇ ਕੀ ਆ ਜਾਂਦੀਆਂ ਚੀਜ਼ਾਂ, ਕੀ ਆ ਜਾਂਦੀਆਂ ਪਰਚੇਜ਼ਿੰਗ ਪਾਵਰ ਦੇ ਰਿਲੇਟਡ, ਕੀ ਆ ਜਾਂਦੀ ਹੈ ਕਿ ਜੀਡੀਪੀ ਕਿੰਨੀ ਹੈ ਕੰਟਰੀ ਦੀ, ਠੀਕ ਹੈ, ਲੋਕਾਂ ਕੋਲ ਡਿਸਪੋਜ਼ਲ ਇਨਕਮ ਕਿੰਨੀ ਹੈ, ਲੋਕ ਸੇਵਿੰਗ ਕਿੰਨੀ ਕਰਦੇ ਆ। ਸੋ ਇਹ ਸਾਰੇ ਫੈਕਟਰ ਕੀ ਹੈ, ਇੰਪੈਕਟ ਕਰਦੇ ਆਪਣੀ ਮਾਰਕੀਟਿੰਗ ਐਕਟੀਵਿਟੀਜ਼ ਨੂੰ। ਸਪੋਜ਼ ਕਰੋ ਕਿਸੇ ਏਰੀਆ 'ਚ ਆਪਾਂ ਜਾਂਦੇ ਆ, ਉੱਥੇ ਕੀ ਹੈ, ਲੋਕਾਂ ਕੋਲ ਪਰਚੇਜ਼ਿੰਗ ਪਾਵਰ ਜ਼ਿਆਦਾ ਹੈ, ਤਾਂ ਆਪਾਂ ਉੱਥੇ ਜਾ ਕੇ ਕੋਈ ਜਿਹੜਾ ਆਪਣੀ ਕੰਪਨੀ ਦਾ ਕੋਈ ਮਹਿੰਗਾ ਪ੍ਰੋਡਕਟ ਹੈ, ਉਹਦੀ ਵੀ ਮਾਰਕੀਟਿੰਗ ਅੱਛੇ ਤਰੀਕੇ ਦੇ ਨਾਲ ਕਰ ਸਕਦੇ ਆ। ਬਟ ਆਪਾਂ ਇਹਨੂੰ ਕੰਟਰੋਲ ਨਹੀਂ ਕਰ ਸਕਦੇ ਬਿਲਕੁਲ। ਜਿਹੜੇ ਫੈਕਟਰਸ ਹੈ ਇਹ ਆਪਣੇ ਆਊਟ ਆਫ ਰੇਂਜ ਹੁੰਦੇ ਆ, ਬਿਕੋਜ਼ ਜੀਡੀਪੀ ਕੰਟਰੀ ਦੀ ਜਦ ਮਰਜੀ ਗਿਰ ਸਕਦੀ ਹੈ, ਜਦ ਮਰਜੀ ਵੱਧ ਸਕਦੀ ਹੈ। ਲੋਕਾਂ ਦੇ ਉੱਪਰ ਉਹਨਾਂ ਨੇ ਜ਼ਿਆਦਾ ਪੈਸਾ ਸੇਵ ਕਰਨਾ ਜਾਂ ਖਰਚਣਾ। ਸੋ ਥਰਡ ਕੀ ਆਂਦਾ ਹੈ, ਫਿਜ਼ੀਕਲ ਇਨਵਾਇਰਨਮੈਂਟ। ਫਿਜ਼ੀਕਲ ਇਨਵਾਇਰਨਮੈਂਟ ਨੂੰ ਆਪਾਂ ਇੱਕ ਹੋਰ ਨਾਮ ਨਾਲ ਜਾਣਦੇ ਹਾਂ, ਜੋ ਕਿ ਹੁੰਦਾ ਹੈ ਨੈਚੁਰਲ ਇਨਵਾਇਰਨਮੈਂਟ, ਯਾਨੀ ਕਿ ਨੇਚਰ ਦੇ ਨਾਲ ਜਿਹੜਾ ਕੀ ਹੈ, ਕੰਸਰਨਡ ਹੈ। ਇਹਦੇ ਵਿੱਚ ਆਪਣੇ ਕੀ ਆ ਜਾਂਦੇ ਆ, ਜਿੰਨੇ ਵੀ ਫੈਕਟਰਸ ਹੈ ਉਹ ਨੈਚੁਰਲ ਰਿਸੋਰਸਿਸ ਦੇ ਨਾਲ ਰਿਲੇਟਡ ਹੋ ਗਏ। ਸਪੋਜ਼ ਕਰੋ ਨੈਚੁਰਲ ਰਿਸੋਰਸਿਸ ਹੈ, ਜਿਵੇਂ ਕੋਲ ਹੈ, ਉਹ ਘਟ ਰਿਹਾ ਹੈ, ਠੀਕ ਹੈ ਨਾ। ਹੁਣ ਕੰਪਨੀ ਜਿਹੜੀ ਕੋਲ ਦਾ ਕੰਮ ਕਰਦੀ ਹੈ, ਉਹਨੂੰ ਤਾਂ ਇੰਪੈਕਟ ਪਹੁੰਚੂਗਾ, ਲੇਕਿਨ ਉਹ ਕੰਪਨੀ ਦੇ ਹੱਥ 'ਚ ਤਾਂ ਕੁਝ ਨਹੀਂ। ਅਗਰ ਕੋਲ ਓਵਰਆਲ ਹੀ ਘਟ ਰਿਹਾ ਹੈ, ਅਗਰ ਨੇਚਰ ਕੋਲ ਹੈ ਜਿਹੜਾ ਉਹ ਘਟ ਰਿਹਾ ਹੈ, ਤਾਂ ਕੰਪਨੀ ਤਾਂ ਇਸ 'ਚ ਕੁਝ ਨਹੀਂ ਕਰ ਸਕਦੀ। ਸੋ ਜਿਹੜੇ ਨੈਚੁਰਲ ਰਿਸੋਰਸਿਸ ਦੇ ਰਿਲੇਟਡ ਆਉਂਦੇ ਆ, ਉਹਨੂੰ ਆਪਾਂ ਕੀ ਕਰਨੇ ਆ, ਫਿਜ਼ੀਕਲ ਇਨਵਾਇਰਨਮੈਂਟ ਫੈਕਟਰਸ। ਫੋਰਥ ਕੀ ਆਉਂਦਾ, ਟੈਕਨੋਲੋਜੀਕਲ ਇਨਵਾਇਰਨਮੈਂਟ। ਹੁਣ ਦੇਖੋ ਜਿਹੜਾ ਟੈਕਨੋਲੋਜੀਕਲ ਇਨਵਾਇਰਨਮੈਂਟ ਹੈ, ਇਹ ਸਭ ਤੋਂ ਜ਼ਿਆਦਾ ਇੰਪੈਕਟ ਕਰਦਾ ਹੈ, ਕਿਉਂਕਿ ਤੁਸੀਂ ਦੇਖਦੇ ਹੋ ਕਿ ਮਾਰਕੀਟ ਦੇ ਵਿੱਚ ਇਨੋਵੇਸ਼ਨ ਹੁੰਦੀ ਰਹਿੰਦੀ ਹੈ। ਅੱਜ ਤੁਸੀਂ ਕੋਈ ਬਿਜ਼ਨਸ ਹੈ, ਮਸ਼ੀਨ ਲਿਆਇਆ, 5 ਸਾਲ ਬਾਅਦ ਨਵੀਂ ਮਸ਼ੀਨ ਆ ਜਾਂਦੀ ਹੈ ਜੋ ਕਿ ਘੱਟ ਟਾਈਮ 'ਚ ਪ੍ਰੋਡਕਟਸ ਜ਼ਿਆਦਾ ਪ੍ਰੋਡਿਊਸ ਕਰਦੀ ਹੈ। ਸੋ ਉਹਨੂੰ ਆਪਾਂ ਕੀ ਕਹਿ ਦਿੰਦੇ ਹਾਂ, ਟੈਕਨੋਲੋਜੀਕਲ ਇਨਵਾਇਰਨਮੈਂਟ ਕਹਿ ਦਿੰਦੇ ਹਾਂ। ਬਿਕੋਜ਼ ਜਿਹੜੀ ਟੈਕਨੋਲੋਜੀ ਹੈ ਉਹ ਟਾਈਮਲੀ ਚੇਂਜ ਹੁੰਦੀ ਰਹਿੰਦੀ ਹੈ, ਇਨੋਵੇਸ਼ਨ ਹੁੰਦੀ ਰਹਿੰਦੀ ਹੈ ਮਾਰਕੀਟ ਦੇ ਵਿੱਚ, ਠੀਕ ਹੈ ਨਾ, ਇਨੋਵੇਸ਼ਨਸ। ਫੋਰਥ ਕੀ ਆਂਦਾ ਹੈ, ਪੋਲੀਟੀਕਲ ਐਂਡ ਲੀਗਲ ਇਨਵਾਇਰਨਮੈਂਟ। ਪੋਲੀਟੀਕਲ ਐਂਡ ਲੀਗਲ ਕੀ ਹੁੰਦਾ ਹੈ, ਹੁਣ ਸਪੋਜ਼ ਕਰੋ ਕੋਈ ਬਿਜ਼ਨਸ ਹੈ, ਜਿਵੇਂ ਸਿਗਰਟ ਦਾ ਬਿਜ਼ਨਸ ਕਰਦਾ ਹੈ। ਹੁਣ ਕੰਪਨੀ ਨੇ ਅਗਰ ਸਿਗਰਟ ਬੈਨ ਕਰਤੀ, ਠੀਕ ਹੈ ਨਾ, ਉਹਦੀ ਪੋਲਿਸੀਜ਼ ਦੇ ਕਾਰਨ, ਤਾਂ ਬਿਜ਼ਨਸ ਕੀ ਹੈ, ਉਹ ਐਡਵਰਸ ਇਫੈਕਟ ਹੋਊਗਾ। ਸੋ ਗਵਰਨਮੈਂਟ ਦੀ ਜਿਹੜੀ ਪੋਲਿਸੀਜ਼ ਹੈ, ਬਾਕੀ ਲਾਅ ਐਂਡ ਆਰਡਰ ਹੈ, ਉਹ ਕੀ ਹੈ, ਡਾਇਰੈਕਟ ਇੰਪੈਕਟ ਕਰਦੇ ਬਿਜ਼ਨਸ ਨੂੰ। ਲਾਜ਼ ਹੋ ਗਏ, ਗਵਰਨਮੈਂਟ ਪੋਲਿਸੀਜ਼ ਹੋ ਗਈਆਂ, ਠੀਕ ਹੈ, ਉਹ ਡਾਇਰੈਕਟ ਇੰਪੈਕਟ ਕਰਦੇ ਆ ਆਪਣੀ ਕੋਈ ਪਾਰਟਿਕੂਲਰ ਇੰਡਸਟਰੀ ਨੂੰ, ਜਿਸ ਦੇ ਨਾਲ ਉਹਦੇ ਅੰਡਰ ਜਿੰਨੇ ਵੀ ਬਿਜ਼ਨਸ ਹੁੰਦੇ ਆ ਉਹ ਸਾਰੇ ਕੀ ਹੁੰਦੇ ਆ, ਅਫੈਕਟਡ ਹੋ ਜਾਂਦੇ ਨੇ। ਬਾਕੀ ਕੀ ਆਂਦਾ ਹੈ, ਲਾਸਟ ਕੀ ਹੈ, ਸੋਸ਼ੀਓ ਕਲਚਰਲ ਇਨਵਾਇਰਨਮੈਂਟ। ਸੋਸ਼ੀਓ ਕਲਚਰਲ ਇਨਵਾਇਰਨਮੈਂਟ ਇਹ ਕਿਹਦੇ ਰਿਲੇਟਡ ਹੁੰਦਾ, ਲੋਕਾਂ ਦੇ ਬਿਲੀਫ ਐਂਡ ਐਟੀਟਿਊਡ। ਬਿਲੀਫ ਐਂਡ ਐਟੀਟਿਊਡ, ਕਿ ਲੋਕਾਂ ਦੀ ਸੋਚ ਕੈਸੀ ਹੈ, ਉਹਨਾਂ ਦਾ ਐਟੀਟਿਊਡ ਕੈਸਾ ਹੈ। ਇਸ ਦੇ ਵਿੱਚ ਆਪਾਂ ਕੀ ਕੀ ਪੜ੍ਹਦੇ ਹਾਂ, ਲਾਈਫ ਸਟਾਈਲ, ਕਿ ਪਾਰਟਿਕੂਲਰ ਏਰੀਆ ਦੇ ਵਿੱਚ ਲੋਕਾਂ ਦਾ ਲਾਈਫ ਸਟਾਈਲ ਕੈਸਾ ਹੈ, ਕਿਵੇਂ ਰਹਿੰਦੇ ਨੇ, ਉਹਨਾਂ ਦੀ ਵੈਲਿਊਜ਼ ਕੀ ਹੈ, ਠੀਕ ਹੈ, ਉਹ ਕਿਹੜੇ ਕਲਚਰ ਤੋਂ ਬਿਲੋਂਗ ਕਰਦੇ ਨੇ, ਬਾਕੀ ਉਹਨਾਂ ਦਾ ਬਿਲੀਫ ਕੀ ਹੈ, ਠੀਕ ਹੈ, ਉਹ ਤਾਂ ਆਪਾਂ ਨੇ ਪੜ੍ਹ ਹੀ ਲਿੱਤਾ। ਐਂਡ ਐਟੀਟਿਊਡ ਹੋ ਗਿਆ। ਸੋ ਇਹ ਸਾਰੇ ਜਿਹੜੇ ਫੈਕਟਰਸ ਹੈ ਉਹ ਕੀ ਹੈ, ਐਕਸਟਰਨਲ ਇਨਵਾਇਰਨਮੈਂਟਲ ਫੈਕਟਰਸ ਹੈ, ਜਿਨ੍ਹਾਂ ਦੇ ਉੱਪਰ ਬਿਜ਼ਨਸ ਜਾਂ ਫਿਰ ਪਾਰਟਿਕੂਲਰ ਇੰਡਸਟਰੀ ਦਾ ਬਿਲਕੁਲ ਵੀ ਜ਼ੋਰ ਨਹੀਂ ਹੁੰਦਾ ਹੈਗਾ। ਇਹ ਸਾਰੇ ਕੀ ਹੈ, ਬਿਜ਼ਨਸ ਦੇ ਟੋਟਲੀ ਬਾਹਰ ਹੁੰਦੇ ਨੇ। ਹੁਣ ਦੇਖੋ ਜਿਹੜੇ ਫੈਕਟਰਸ ਹੈ, ਇਹਨਾਂ ਤੋਂ ਬਚਣ ਲਈ ਜਿਹੜੀ ਕੰਪਨੀਜ਼ ਹੈ ਜਾਂ ਫਿਰ ਇੰਡਸਟਰੀਜ਼ ਹੈ, ਉਹ ਐਨਾਲਿਸਿਸ ਕਰਦੇ ਆ। ਹੁਣ ਆਪਾਂ ਦੇਖਦੇ ਹਾਂ ਕਿਹੜੇ ਕਿਹੜੇ ਐਨਾਲਿਸਿਸ ਕਰਦੇ ਆ। ਉਹ ਦੋ ਤਰੀਕੇ ਦੇ ਹੁੰਦੇ ਨੇ। ਪਹਿਲਾ ਆਂਦਾ ਪੈਸਟ। ਪੈਸਟ ਦਾ ਮਤਲਬ ਕੀ ਹੈ, ਪੋਲੀਟੀਕਲ। ਈ ਦਾ ਮਤਲਬ ਕੀ ਹੈ, ਇਕੋਨੋਮਿਕਲ। ਐਸ ਦਾ ਮਤਲਬ ਕੀ ਹੈ, ਸੋਸ਼ਲ। ਐਂਡ ਟੀ ਦਾ ਮਤਲਬ ਕੀ ਹੈ, ਟੈਕਨੋਲੋਜੀ।
ਜੋ ਆਪਾਂ ਨੇ ਪਿਛਲੇ ਸਲਾਈਡ 'ਚ ਫੈਕਟਰਸ ਪੜ੍ਹੇ ਆ ਉਹਨਾਂ ਤੋਂ ਹੀ ਬਣਿਆ ਹੋਇਆ ਹੈ ਕਿ ਕੰਪਨੀ ਕੀ ਹੈ। ਕੁਝ ਕੰਪਨੀਆਂ ਕੀ ਕਰਦੀਆਂ ਨੇ, ਪੈਸਟ ਐਨਾਲਿਸਿਸ ਕਰਦੀਆਂ ਕਿ ਸਿਰਫ ਇਹ 4 ਫੈਕਟਰਸ ਨੂੰ ਸਟੱਡੀ ਕਰਦੀਆਂ ਤੇ ਉਸ ਦੇ ਬੇਸਿਸ ਤੇ ਆਪਣੀ ਮਾਰਕੀਟਿੰਗ ਐਕਟੀਵਿਟੀਜ਼ ਕੀ ਕਰਦੀਆਂ ਨੇ, ਬਣਾਉਂਦੀਆਂ ਨੇ। ਮਾਰਕੀਟਿੰਗ ਐਕਟੀਵਿਟੀਜ਼ ਨੂੰ ਕੀ ਕਰਦੀਆਂ ਨੇ, ਬਣਾਉਂਦੀਆਂ ਨੇ। ਤੇ ਸੈਕਿੰਡ ਅਪਰੋਚ ਕੀ ਹੁੰਦੀ ਹੈ, ਪੈਸਟਲ ਅਪਰੋਚ। ਉਹਨੂੰ ਆਪਾਂ TEL ਨਾਲ ਵੀ ਲਿਖ ਸਕਦੇ ਹਾਂ ਜਾਂ ਫਿਰ TLE ਨਾਲ ਵੀ ਲਿਖ ਸਕਦੇ ਹਾਂ। ਇਸ 'ਚ 4 ਚੀਜ਼ਾਂ ਤਾਂ ਇਹੀ ਰਹਿੰਦੀਆਂ ਨੇ, ਬਾਕੀ ਹੋਰ ਕੀ ਐਡ ਹੋ ਜਾਂਦਾ ਹੈ, environment and legal। ਇਸ ਟੋਟਲ ਕਿੰਨੇ ਆ ਗਏ, 6 ਆ ਗਏ ਫੈਕਟਰਸ। ਇਸ 'ਚ 4 ਫੈਕਟਰਸ ਆ ਗਏ। ਦੇਖੋ ਪੈਸਟ ਦੇ ਵਿੱਚ ਕੀ ਆਉਂਦਾ, ਪੋਲੀਟੀਕਲ, ਇਕਨੋਮਿਕਲ, ਸੋਸ਼ਲ ਐਂਡ ਟੈਕਨੋਲੋਜੀ। ਤੇ ਪੈਸਟਲ ਦੇ ਵਿੱਚ ਆਪਣੇ ਕੋਲ 2 ਫੈਕਟਰਸ ਹੋਰ ਇਨਕਲੂਡ ਹੋ ਜਾਂਦੇ ਜਿਨ੍ਹਾਂ ਦੀ ਕੰਪਨੀ ਕੀ ਹੈ, ਸਟੱਡੀ ਕਰਦੀ ਹੈ, ਇਨਵਾਇਰਨਮੈਂਟ ਫੈਕਟਰਸ ਦੀ ਵੀ ਤੇ ਲੀਗਲ ਫੈਕਟਰਸ ਦੀ ਵੀ। ਹੁਣ ਦੇਖੋ ਜਿੰਨੇ ਆਪਾਂ ਨੇ ਇਨਵਾਇਰਨਮੈਂਟ ਫੈਕਟਰਸ ਪੜ੍ਹੇ ਆ, ਇਹਨਾਂ ਦੀ ਸਟੱਡੀ ਕਰਨਾ ਜਾਂ ਫਿਰ ਇਹਨਾਂ ਤੋਂ ਬਚਣਾ ਕਿਉਂ ਆਪਾਂ ਨੂੰ ਬਹੁਤ ਜ਼ਿਆਦਾ ਜ਼ਰੂਰੀ ਹੈ। ਐਵਰੀ ਬਿਜ਼ਨਸ ਨੋ ਮੈਟਰ ਹਾਊ ਬਿਗ ਐਂਡ ਸਮਾਲ ਆਪਰੇਟਸ ਵਿਦ ਇਨ ਦਾ ਮਾਰਕੀਟਿੰਗ ਇਨਵਾਇਰਨਮੈਂਟ। ਹੁਣ ਕਹਿੰਦੇ ਜਿਹੜਾ ਵੀ ਬਿਜ਼ਨਸ ਹੈ, ਚਾਹੇ ਉਹ ਛੋਟਾ ਹੈ ਚਾਹੇ ਬੜਾ ਹੈ, ਉਹ ਇੱਕ ਮਾਰਕੀਟਿੰਗ ਇਨਵਾਇਰਨਮੈਂਟ ਦੇ ਅੰਦਰ ਹੀ ਆਪਰੇਟ ਹੁੰਦਾ ਹੈ। ਇਟਸ ਪ੍ਰੈਜ਼ੈਂਟ ਐਂਡ ਫਿਊਚਰ ਐਗਜ਼ਿਸਟੈਂਸ, ਪ੍ਰੋਫਿਟਸ, ਇਮੇਜ ਐਂਡ ਪੋਜੀਸ਼ਨਿੰਗ ਡਿਪੈਂਡ ਔਨ ਇਟਸ ਇੰਟਰਨਲ ਐਂਡ ਐਕਸਟਰਨਲ ਇਨਵਾਇਰਨਮੈਂਟ। ਉਹਦੇ ਪ੍ਰੈਜ਼ੈਂਟ ਜਾਂ ਫਿਰ ਫਿਊਚਰ ਐਗਜ਼ਿਸਟੈਂਸ ਕਿੰਨੀ ਹੈ ਕੰਪਨੀ ਦੀ, ਪ੍ਰੋਫਿਟਸ ਕਿੰਨੇ ਹੈ, ਇਮੇਜ ਕੈਸੀ ਹੈ, ਜਾਂ ਫਿਰ ਆਉਣ ਵਾਲੇ ਟਾਈਮ 'ਚ ਉਹਦੀ ਪੋਜੀਸ਼ਨ ਕੈਸੀ ਹੈ, ਉਹ ਕਿਹਦੇ ਉੱਪਰ ਟੋਟਲੀ ਡਿਪੈਂਡ ਹੁੰਦਾ ਹੈ, ਇੰਟਰਨਲ ਜਾਂ ਫਿਰ ਐਕਸਟਰਨਲ ਇਨਵਾਇਰਨਮੈਂਟ ਫੈਕਟਰਸ ਦੇ ਉੱਪਰ। The business environment is one of the most dynamic aspects of the business। So ਜਿਹੜਾ business environment ਹੈ ਜਾਂ ਫਿਰ marketing environment ਹੈ, ਕੀ ਹੈ, most dynamic aspect ਹੈ business ਦਾ। ਇਹ ਯਾਦ ਰੱਖਣਾ word most dynamic aspect ਹੈ ਕਾਹਦਾ, business ਦਾ। ਹੁਣ ਆਪਾਂ ਦੇਖਦੇ ਹਾਂ ਕਿ ਕੀ ਇੰਪੋਰਟੈਂਸ ਹੈ। essential for planning। ਹੁਣ ਦੇਖੋ ਆਪਾਂ ਨੇ marketing activities ਦੀ planning ਕਰਨੀ ਹੈ, ਠੀਕ ਹੈ ਨਾ। marketing activities ਦੀ ਕੀ ਕਰਨੀ ਹੈ, planning ਕਰਨੀ ਹੈ ਤੁਸੀਂ। ਤਾਂ ਤੁਸੀਂ ਜਦੋਂ ਪਹਿਲਾਂ ਮਾਰਕੀਟਿੰਗ ਇਨਵਾਇਰਨਮੈਂਟ ਦੇ ਫੈਕਟਰਸ ਨੂੰ ਅੱਛੇ ਤਰੀਕੇ ਨਾਲ ਸਟੱਡੀ ਕਰ ਲਓਗੇ ਤਾਂ ਹੀ ਆਪਣੀ ਐਕਟੀਵਿਟੀਜ਼ ਨੂੰ ਜਨਰੇਟ ਕਰੋਗੇ ਨਾ। ਸੋ ਆਪਾਂ ਨੂੰ ਫਿਊਚਰ ਪਲੈਨਿੰਗ ਲਈ ਮਾਰਕੀਟਿੰਗ ਐਕਟੀਵਿਟੀਜ਼ ਦੇ ਜਿਹੜੇ ਫੈਕਟਰਸ ਹੈ ਉਹਨਾਂ ਨੂੰ ਸਟੱਡੀ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਸੈਕਿੰਡ, ਅੰਡਰਸਟੈਂਡਿੰਗ ਦਾ ਕਸਟਮਰਸ। ਹੁਣ ਤੁਹਾਨੂੰ ਮੈਂ ਡੈਮੋਗ੍ਰਾਫਿਕ ਪ੍ਰੋਫਾਈਲ ਜਾਂ ਫਿਰ ਸੋਸ਼ਲ ਇਨਵਾਇਰਨਮੈਂਟਲ ਫੈਕਟਰਸ ਦੱਸੇ ਸੀਗੇ, ਉਹਨਾਂ ਨਾਲ ਕੀ ਆਪਾਂ ਕਰਦੇ ਹਾਂ, ਕਸਟਮਰ ਨੂੰ ਸਟੱਡੀ ਕਰਦੇ ਹਾਂ ਕਿ ਉਹਨਾਂ ਦੇ ਬਿਲੀਫ ਕੈਸੇ ਹੈ, ਐਟੀਟਿਊਡ ਕੈਸੇ ਹੈ, ਕੈਸੀ ਫੈਮਿਲੀ ਤੋਂ ਬਿਲੋਂਗ ਕਰਦੇ हैं, ਕਲਚਰ ਕੈਸੇ 'ਚ ਰਹਿੰਦੇ ਹੈ, ਜਾਂ ਫਿਰ ਕੋਈ ਪਰਟੀਕੂਲਰ ਏਰੀਆ ਦੇ ਵਿੱਚ ਮੇਲ ਕਿੰਨੇ ਆ, ਫੀਮੇਲ ਕਿੰਨੇ ਆ। ਸੋ ਆਪਾਂ ਕਸਟਮਰ ਨੂੰ ਅੰਡਰਸਟੈਂਡ ਕਰਦੇ ਹਾਂ ਤੇ ਇਸ ਦੇ ਨਾਲ ਆਪਾਂ ਕੀ ਜਾਣਦੇ, ਉਹਨਾਂ ਦੀ ਨੀਡਸ ਐਂਡ ਵਾਂਟ ਨੂੰ, ਨੀਡਸ ਐਂਡ ਵਾਂਟ ਕਿ ਕਸਟਮਰ ਨੂੰ ਚਾਹੀਦਾ ਕੀ ਹੈ। ਅੱਗੇ ਕੀ ਹੈ, ਟੈਪਿੰਗ ਟ੍ਰੈਂਡਸ। ਟੈਪਿੰਗ ਟ੍ਰੈਂਡਸ ਦਾ ਮਤਲਬ ਕੀ ਹੈ, ਹੁਣ ਸਪੋਜ਼ ਕਰੋ ਟੈਕਨੋਲੋਜੀਕਲ ਫੈਕਟਰ ਪੜ੍ਹਿਆ ਆਪਾਂ ਨੇ, ਉਹਨੂੰ ਅਗਰ ਆਪਾਂ ਟਾਈਮਲੀ ਸਟੱਡੀ ਕਰ ਲਾਂਗੇ ਤਾਂ ਆਪਾਂ ਆਉਣ ਵਾਲੇ ਟਾਈਮ ਨਾਲ ਟੈਕਨੋਲੋਜੀ ਆਪਣੇ ਬਿਜ਼ਨਸ ਦੀ ਵੀ ਹੈ ਜਿਹੜੀ ਉਹ ਚੇਂਜ ਕਰ ਲਾਂਗੇ, ਠੀਕ ਹੈ ਨਾ। ਜਿਸ ਨਾਲ ਕੀ ਆਪਾਂ ਟ੍ਰੈਂਡਿੰਗ ਬਣੇ ਰਹੀਏ ਐਂਡ ਜਿੰਨੀ ਵੀ ਓਪਰਚੁਨਿਟੀਜ਼ ਆ ਉਹਨਾਂ ਨੂੰ ਗ੍ਰੈਬ ਕਰਦੇ ਰਹੀਏ। ਥ੍ਰੈਟ ਐਂਡ ਓਪਰਚੁਨਿਟੀਜ਼। ਥ੍ਰੈਟ ਐਂਡ ਓਪਰਚੁਨਿਟੀਜ਼ ਕੀ ਹੁੰਦੇ ਆ, ਥ੍ਰੈਟਸ ਹੁੰਦੇ ਆ ਇਹ ਬਿਜ਼ਨਸ ਨੂੰ ਕੀ ਕਰਦੇ ਨੇ, ਐਡਵਰਸਲੀ ਇਫੈਕਟ ਕਰਦੇ ਆ। ਐਂਡ ਜਿਹੜੀ ਓਪਰਚੁਨਿਟੀਜ਼ ਕੀ ਹੁੰਦੀਆਂ ਇਹ ਬਿਜ਼ਨਸ ਲਈ ਕੀ ਹੁੰਦੇ ਆ, ਬੈਨੀਫਿਟਡ ਹੁੰਦੇ ਆ। ਕਿ ਅਗਰ ਆਪਾਂ ਓਪਰਚੁਨਿਟੀਜ਼ ਨੂੰ ਟਾਈਮਲੀ ਗ੍ਰੈਬ ਕਰ ਲਈਏ ਤਾਂ ਆਪਣਾ ਜਿਹੜਾ ਬਿਜ਼ਨਸ ਕੀ ਹੈ ਉਹ ਕੀ ਹੁੰਦਾ ਹੈ, ਗਰੋ ਹੁੰਦਾ ਹੈ। ਸੋ ਆਪਾਂ ਓਪਰਚੁਨਿਟੀਜ਼ ਜਾਂ ਥ੍ਰੈਟਸ ਬਾਰੇ ਕਿਵੇਂ ਪਤਾ ਕਰ ਸਕਦੇ ਹਾਂ, ਜਦੋਂ ਆਪਾਂ ਮਾਰਕੀਟਿੰਗ ਇਨਵਾਇਰਨਮੈਂਟ ਦੇ ਫੈਕਟਰਸ ਦੀ ਅੱਛੇ ਤਰੀਕੇ ਨਾਲ ਸਟੱਡੀ ਕਰਾਂਗੇ। ਲਾਸਟ ਕੀ ਆਉਂਦਾ, ਅੰਡਰਸਟੈਂਡਿੰਗ ਦਾ ਕੰਪੀਟੀਟਰਸ। ਹੁਣ ਦੇਖੋ ਆਪਾਂ ਨੇ ਕੰਪੀਟੀਟਰ ਵੀ ਫੈਕਟਰ ਪੜ੍ਹਿਆ ਸੀਗਾ। ਜਦੋਂ ਆਪਾਂ ਮਾਰਕੀਟਿੰਗ ਇਨਵਾਇਰਨਮੈਂਟ ਦੀ ਸਟੱਡੀ ਕਰਦੇ ਹਾਂ ਤਾਂ ਆਪਾਂ ਨੂੰ ਆਪਣੇ ਕੰਪੀਟੀਟਰਸ ਦੇ ਵੀ ਐਕਟੀਵਿਟੀਜ਼ ਬਾਰੇ ਪਤਾ ਲੱਗਦਾ ਹੈ, ਜਿਸ ਕਰਕੇ ਆਪਾਂ ਆਪਣੇ ਬਿਜ਼ਨਸ ਨੂੰ ਵੀ ਉਹਨਾਂ ਤੋਂ ਬਚਾ ਸਕਦੇ ਹਾਂ ਐਂਡ ਕੰਪੀਟੀਟਰਸ ਦੇ ਰਿਲੇਟਿਡ ਆਪਾਂ ਕਸਟਮਰਸ ਨੂੰ ਅੱਛਾ ਇੱਕ ਪ੍ਰੋਡਕਟ ਦੇ ਸਕਦੇ ਹਾਂ ਤਾਂ ਕਿ ਆਪਣੀ ਜਿਹੜੀ ਕੰਪਨੀ ਦੀ ਇਮੇਜ ਜਾਂ ਫਿਰ ਵੈਲਿਊ ਹੈ ਉਹ ਬਣੀ ਰਹੇ। ਹੁਣ ਆਪਾਂ ਦੇਖਦੇ ਹਾਂ ਕੁਐਸਚਨਸ ਜੋ ਆਪਾਂ ਨੇ ਅੱਜ ਲੈਕਚਰ 'ਚ ਪੜ੍ਹਿਆ ਉਸ ਦੇ ਰਿਲੇਟਿਡ। ਵਿਚ ਆਫ ਦਾ ਫੋਲੋਇੰਗ ਟਰਮ best describes the environment that includes the force close to the company that affect its ability to serve its customer, the company supplier, marketing channel firms, customer markets, competitor and public। ਹੁਣ ਦੇਖੋ ਆਪਣੇ ਇਹ ਸਾਰੇ ਫੈਕਟਰਸ ਕਿਹਦੇ ਅੰਡਰ ਪੜੇ ਸੀਗੇ, ਮਾਈਕਰੋ ਇਨਵਾਇਰਨਮੈਂਟ, ਮੈਕਰੋ ਇਨਵਾਇਰਨਮੈਂਟ, ਗਲੋਬਲ ਇਨਵਾਇਰਨਮੈਂਟ ਜਾਂ ਫਿਰ ਨੈਟਵਰਕਡ ਇਨਵਾਇਰਨਮੈਂਟ। ਇਹ ਆਪਾਂ ਨੇ ਸਭ ਕਿਹਦੇ ਅੰਦਰ ਪੜਿਆ ਸੀਗਾ, ਮਾਈਕਰੋ ਦੇ ਅੰਦਰ, ਕਿ ਆਪਾਂ ਪਾਰਸ਼ਲੀ ਇਹਨਾਂ ਨੂੰ ਕੀ ਕਰ ਸਕਦੇ ਹਾਂ, ਕੰਟਰੋਲ ਕਰ ਸਕਦੇ ਹਾਂ। All of the following would be considered to be in a company's micro environment except ਕਿ ਕੰਪਨੀ ਦੇ ਮਾਈਕਰੋ ਇਨਵਾਇਰਨਮੈਂਟ ਚ ਇਹਨਾਂ ਚ ਕਿਹੜਾ ਫੈਕਟਰ ਹੈ, ਨਹੀਂ ਆਉਂਦਾ। ਮਾਰਕੀਟਿੰਗ ਚੈਨਲ ਫਰਮਸ, ਪੋਲੀਟੀਕਲ ਫੋਰਸਿਸ, ਪਬਲਿਕ, ਕਸਟਮਰ ਮਾਰਕੀਟਸ।
ਸੋ ਤੁਹਾਨੂੰ ਮੈਂ ਦੱਸਿਆ ਸੀਗਾ ਕੀ ਨਹੀਂ ਆਂਦਾ ਪੋਲੀਟੀਕਲ ਫੋਰਸਿਸ, ਕਿਉਂਕਿ ਇਹ ਇੰਡਸਟਰੀ ਨੂੰ ਕਰਦਾ ਹੈ ਤੇ ਬਿਲਕੁਲ ਗਵਰਨਮੈਂਟ ਦੇ ਹੱਥ 'ਚ ਹੁੰਦਾ, ਠੀਕ ਹੈ ਨਾ, ਕਿਉਂਕਿ ਉਹਨਾਂ ਦੀ ਲਾਅ ਵਗੈਰਾ ਜਾਂ ਪਾਲਿਸੀਜ਼ ਵਗੈਰਾ ਜਦ ਮਰਜ਼ੀ ਚੇਂਜ ਹੋ ਸਕਦੀਆਂ ਨੇ। ਬਾਕੀ ਮਾਰਕੀਟਿੰਗ ਚੈਨਲ ਦਾ ਮਤਲਬ ਕੀ ਆ ਗਿਆ, ਇਹ ਇੰਟਰਮੀਡੀਏਟਸ ਆ ਗਏ। ਵਿਚ ਆਫ ਦ ਫੋਲੋਇੰਗ ਬੈਸਟ ਡਿਸਕ੍ਰਾਈਬਸ ਦ environment that contains the large societal forces that affect to the company level environment, demographic, economic, natural, ਟੈਕਨੋਲੋਜੀਕਲ, ਪੋਲੀਟੀਕਲ ਐਂਡ ਕਲਚਰਲ। ਸੋ ਇਹ ਫੈਕਟਰਸ ਆਪਾਂ ਨੇ ਕਿਹਦੇ ਅੰਦਰ ਪੜ੍ਹੇ ਸੀਗੇ, ਮਾਈਕਰੋ, ਮੈਕਰੋ, ਗਲੋਬਲ ਜਾਂ ਫਿਰ ਨੈਟਵਰਕ। ਇਹ ਆਪਾਂ ਨੇ ਪੜ੍ਹੇ ਸੀ ਮੈਕਰੋ, ਬਿਕੋਜ਼ ਇਹ ਆਪਣੀ ਰੇਂਜ ਤੋਂ ਬਾਹਰ ਹੁੰਦੇ ਨੇ। ਫਾਈਨਾਂਸ, ਰਿਸਰਚ ਐਂਡ ਡਿਵੈਲਪਮੈਂਟ, purchasing and manufacturing, all the activities that are a part of which element? So ਦੱਸੋ ਇਹਦਾ ਆਨਸਰ ਕੀ ਹੋਣਾ ਚਾਹੀਦਾ ਹੈ? The company's internal environment, supplier, marketing channel firm ਜਾਂ ਫਿਰ public। public ਦਾ ਮਤਲਬ ਜਨਰਲ ਪਬਲਿਕ ਹੋ ਗਿਆ, marketing channel ਦਾ ਮਤਲਬ ਕੀ ਹੋ ਗਿਆ, market intermediates, supplier ਜੋ raw material provide ਕਰਦੇ ਹੈ। ਇਹ ਕੀ ਆ ਜਾਂਦੇ ਨੇ, ਕੰਪਨੀਜ਼ ਇੰਟਰਨਲ ਇਨਵਾਇਰਨਮੈਂਟ ਆਨਸਰ ਇਹਦਾ, ਬਿਕੋਜ਼ ਇਸ 'ਚ ਕੀ ਹੈ, ਫਾਈਨਾਂਸ, ਰਿਸਰਚ, ਡਿਵੈਲਪਮੈਂਟ, ਆਪਣੇ ਡਿਪਾਰਟਮੈਂਟਸ ਪੜ੍ਹੇ ਸੀ ਨਾ, ਉਹ ਸਾਰਾ ਕੁਝ ਇਹਦੇ ਅੰਦਰ ਆ ਜਾਂਦਾ। ਡੈਸ਼ ਆਰ ਐਨ ਇੰਪੋਰਟੈਂਟ ਲਿੰਕ ਇਨ ਦ ਕੰਪਨੀਜ਼ ਓਵਰਆਲ ਵੈਲਿਊ ਡਿਲੀਵਰੀ ਸਿਸਟਮ ਸਿੰਸ ਦੇ ਪ੍ਰੋਵਾਈਡ ਦ ਰਿਸੋਰਸਿਸ ਨੀਡਡ ਬਾय ਦ ਕੰਪਨੀ ਟੂ ਪ੍ਰੋਡਿਊਸ ਇਟਸ ਗੁੱਡਸ ਐਂਡ ਸਰਵਿਸਿਜ਼। ਸੋ ਇਹ ਬਹੁਤ ਜ਼ਰੂਰੀ ਹੈ ਵੈਲਿਊ ਡਿਲੀਵਰੀ ਸਿਸਟਮ ਲਈ, ਬਿਕੋਜ਼ ਕਿਉਂਕਿ ਇਹ ਕੰਪਨੀ ਨੂੰ, ਠੀਕ ਹੈ ਨਾ, ਉਹ ਰਿਸੋਰਸਿਸ ਪ੍ਰੋਵਾਈਡ ਕਰਦਾ ਹੈ ਜੋ ਕਿ ਕੰਪਨੀ ਕੀ ਕਰਦੀ ਹੈ, ਉਹਨੂੰ ਯੂਜ਼ ਕਰਕੇ ਪ੍ਰੋਡਿਊਸ ਕਰਦੀ ਹੈ ਕਿਹਦੇ ਵਿੱਚ, ਗੁੱਡਸ ਐਂਡ ਸਰਵਿਸਿਜ਼ ਦੇ ਵਿੱਚ। ਸੋ ਇਹਦਾ ਆਨਸਰ ਕੀ ਹੈ, ਮਾਰਕੀਟਿੰਗ ਇੰਟਰਮੀਡੀਏਟਸ, ਕੰਪੀਟੀਟਰ, ਸਪਲਾਇਰਸ ਜਾਂ ਫਿਰ ਸਰਵਿਸ ਰਿਪਰੈਜ਼ੈਂਟੇਟਿਵਸ। ਇਸ ਦਾ ਆਨਸਰ ਕੀ ਹੈ, ਸਪਲਾਇਰ, ਬਿਕੋਜ਼ ਜਿਹੜੇ ਸਪਲਾਇਰਸ ਹੈ ਉਹੀ ਆਪਾਂ ਨੂੰ ਰॉ ਮਟੀਰੀਅਲ ਪ੍ਰੋਵਾਈਡ ਕਰਦੇ ਆ ਨਾ, ਸਿੰਸ ਦੇ ਪ੍ਰੋਵਾਈਡ ਦੀ ਰਿਸੋਰਸਿਸ ਨੀਡਡ ਬਾय ਦ ਕੰਪਨੀ, ਠੀਕ ਹੈ ਨਾ, ਜਿਹੜੇ ਕੰਪਨੀ ਨੂੰ ਜ਼ਰੂਰੀ ਆ ਉਹ ਰਿਸੋਰਸਿਸ ਪ੍ਰੋਵਾਈਡ ਕਰਦੇ ਆ। ਸੋ ਸਪਲਾਇਰਸ ਆਪਾਂ ਨੂੰ ਪ੍ਰੋਵਾਈਡ ਕਰਦੇ ਆ, ਜਿਸ ਨਾਲ ਆਪਾਂ ਕੀ ਕਰਦੇ ਆ, ਪ੍ਰੋਡਿਊਸ ਕਰਦੇ ਆ ਗੁੱਡਸ ਐਂਡ ਸਰਵਿਸਿਜ਼। ਅਗਰ ਇੱਥੇ ਹੁੰਦਾ ਕਿ ਕੀ ਚੀਜ਼ ਹੈ, ਕੌਣ ਵੈਲਿਊ ਡਿਲੀਵਰੀ ਸਿਸਟਮ ਦੇ ਵਿੱਚ ਆਪਾਂ ਨੂੰ ਜਿਹੜੀ ਗੁੱਡਸ ਹੈ ਉਹ ਮੈਨੂਫੈਕਚਰ ਟੂ ਕਸਟਮਰ ਜਾਂਦੀ ਹੈ, ਤਾਂ ਉਹਦਾ ਆਨਸਰ ਫਿਰ ਕੀ ਆਣਾ ਸੀ, ਮਾਰਕੀਟ ਇੰਟਰਮੀਡੀਏਟ। ਸੋ ਇਹਦਾ ਆਨਸਰ ਹੈ ਸਪਲਾਈ। ਸੋ ਅੱਜ ਲਈ ਇੰਨਾ ਹੀ। ਥੈਂਕ ਯੂ ਸੋ ਮਚ। ਆਈ ਹੋਪ ਤੁਹਾਨੂੰ ਅੱਜ ਦਾ ਲੈਕਚਰ ਅੱਛੇ ਤਰੀਕੇ ਨਾਲ ਸਮਝ ਆਇਆ ਹੋਊਗਾ। ਬਾਕੀ ਸਾਡੇ ਚੈਨਲ ਨਾਲ ਜੁੜੇ ਰਹੋ, ਇਹਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਐਂਡ ਸਬਸਕ੍ਰਾਈਬ ਕਰੋ, ਤਾਂ ਕਿ ਸਾਨੂੰ ਵੀ ਮੋਟੀਵੇਸ਼ਨ ਮਿਲਦੀ ਰਹੇ ਐਂਡ ਅਸੀਂ ਟਾਈਮਲੀ ਵੀਡੀਓਜ਼ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ।